ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ। ਚਰਚਾ ਇਹ ਚੱਲ ਰਹੀ ਹੈ ਕਿ ਕਲਾ 'ਚ ਕੋਈ ਕਿੰਨਾ ਬੋਲ ਸਕਦਾ ਹੈ, ਕੋਈ ਕਿੰਨਾ ਕਹਿ ਸਕਦਾ, ਕੋਈ ਕਿੰਨਾ ਲਿਖ ਸਕਦਾ ਹੈ। ਚਰਚਾ ਸ਼ੁਰੂ ਹੋਈ ਹੈ ਦੁਬਾਰਾ ਰਣਜੀਤ ਬਾਵੇ ਦੇ ਗੀਤ ਦੇ ਨਾਲ। ਹਾਲਾਂਕਿ ਉਹ ਗੀਤ YouTube ਤੋਂ ਵੀ ਹਟਾਇਆ ਜਾ ਚੁੱਕਿਆ। ਬਾਵਾ ਤੇ ਪ੍ਰੈਸ਼ਰ ਸੀ ਬਹੁਤ ਸਾਰਾ। ਇਹ ਗੀਤ ਲਿਖਿਆ ਸੀ ਵੀਰ ਸਿੰਘ ਨੇ। ਵੀਰ ਸਿੰਘ ਨੇ ਕੋਈ ਪਹਿਲਾ ਗੀਤ ਨਹੀਂ ਲਿਖਿਆ, ਵੀਰ ਸਿੰਘ ਨੇ ਬਹੁਤ ਸਾਰੇ ਗੀਤ ਲਿਖੇ ਨੇ। ਸਰਵਣ ਫਿਲਮ ਦਾ ਟਾਈਟਲ ਗੀਤ ਉਹਨਾਂ ਨੇ ਲਿਖਿਆ ਸੀ। ਲਾਹੌਰੀਏ ਫਿਲਮ 'ਚ ਉਹਨਾਂ ਦੇ ਗੀਤ ਸੀ। ਇਸ ਤੋਂ ਬਿਨਾਂ ਵੀ ਪੰਜਾਬੀ ਦੀਆਂ ਕਈ ਫਿਲਮਾਂ 'ਚੋਂ ਗੀਤ ਲਿਖ ਚੁੱਕੇ ਨੇ ਔਰ ਨਾਲ ਦੀ ਨਾਲ ਹੀ ਖੁਦ ਗਾਉਂਦੇ ਨੇ। ਖੁਦ ਵੀ ਬਹੁਤ ਸਾਰੇ ਗੀਤ ਲਿਖਦੇ ਨੇ ਤੇ ਗਾਉਂਦੇ ਨੇ। ਸਵਾਲ ਇਹ ਆ ਰਿਹਾ ਕਿ ਫਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਜੋ ਸਾਨੂੰ ਸੰਵਿਧਾਨ ਇਸ ਗੱਲ ਦੀ ਆਜ਼ਾਦੀ ਦਿੰਦਾ ਕਿ ਬੋਲ ਸਕਦੇ ਹੋ, ਪਰ ਨਾਲ ਦੀ ਨਾਲ ਹੀ ਉਹਦੇ ਤੇ ਵੀ ਸਵਾਲ ਖੜੇ ਹੋ ਰਿਹਾ ਕਿ ਪਰਟੀਕੂਲਰ ਕਿਸੇ ਬਾਰੇ ਕਿਉਂ, ਦੂਜੇ ਬਾਰੇ ਕਿਉਂ ਨਹੀਂ। ਤਾਂ ਅਸੀਂ ਦੋਵੇਂ ਪੱਖਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਅਸੀਂ ਵੀਰ ਸਿੰਘ ਨਾਲ ਗੱਲਬਾਤ ਕਰ ਰਹੇ ਹਾਂ। ਅਸੀਂ ਬੀਜੇਪੀ ਦੇ ਬੁਲਾਰੇ ਨਾਲ ਵੀ ਗੱਲਬਾਤ ਕਰਾਂਗੇ। ਇਸ ਤੋਂ ਬਾਅਦ ਉਹ ਵੀ ਦੱਸ ਸਕਣ ਕਿ ਉਹਨਾਂ ਦੇ ਇਤਰਾਜ਼ ਕੀ ਨੇ। ਪਹਿਲਾਂ ਵੀਰ ਸਿੰਘ ਦੇ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਸ਼ੁਕਰੀਆ ਯਾਦਵਿੰਦਰ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਵੀਰ ਜੀ ਸਾਨੂੰ ਟਾਈਮ ਦੇਣ ਦੇ ਲਈ। ਬੜਾ ਹੀ ਤੁਹਾਡੇ ਤੇ ਕਲਾਕਾਰ ਬੜਾ ਸੈਂਸਿਟਿਵ ਹੁੰਦਾ। ਇਸ ਤਰ੍ਹਾਂ ਦੇ ਦਬਾਅ ਕਲਾਕਾਰ ਤੋਂ ਸਭ ਕੁਝ ਖੋਹ ਲੈਂਦੇ ਨੇ ਕਈ ਵਾਰ। ਤੁਹਾਨੂੰ ਸਭ ਤੋਂ ਪਹਿਲਾਂ ਮੈਂ ਜ਼ਰੂਰ ਪੁੱਛੂੰਗਾ, ਤੁਹਾਨੂੰ ਕੀ ਲੱਗਿਆ ਇਸ ਦੌਰ ਦੇ ਅੰਦਰ? ਤੁਹਾਨੂੰ ਲੱਗਿਆ ਕਿ ਕੋਈ ਤੁਸੀਂ ਗਲਤੀ ਕਰਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਰਾਈਟ ਸੀ, ਤੁਸੀਂ ਜੋ ਲਿਖਿਆ ਸੀ ਉਹ ਕੁਰੀਤੀਆਂ ਦੇ ਖਿਲਾਫ ਲਿਖਿਆ ਸੀ? ਕੁਰੀਤੀਆਂ ਦੇ ਖਿਲਾਫ ਤੁਹਾਡਾ ਵਿਵਾਦ ਸੀ, ਕਿਸੇ ਧਰਮ ਖਿਲਾਫ ਨਹੀਂ ਸੀ? ਮੇਰਾ ਦੇਖੋ, ਪਹਿਲੀ ਗੱਲ ਤਾਂ ਵਿਵਾਦ ਵਰਡ ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ, ਇਸ ਗੀਤ ਨਾਲ ਰਿਲੇਟ ਕਰਨਾ ਨਹੀਂ ਚਾਹੁੰਦਾ ਉਹਨੂੰ। ਮੇਰਾ ਸਿੱਧਾ ਮਕਸਦ ਸੀਗਾ, ਜਿੱਦਾਂ ਸਿਆਣੇ ਕਹਿੰਦੇ ਨਾ ਵੀ ਮੱਖੀ ਦੇਖ ਕੇ ਨਹੀਂ ਖਾਧੀ ਜਾਂਦੀ, ਵੀ ਚਾਹ 'ਚ ਪਈ ਹੋਵੇ ਤਾਂ ਆਪਾਂ ਉਹ ਚਾਹ ਪੀਂਦੇ ਨਹੀਂ, ਹੈਨਾ। ਉਹ ਤਾਂ ਬਿਨਾਂ ਦੇਖੇ ਲੰਘ ਜੇ ਤਾਂ ਲੰਘ ਜੇ। ਹੁਣ ਜਿਹੜੀ ਚੀਜ਼ ਮੇਰੇ ਸਾਹਮਣੇ ਪਈ ਆ ਔਰ ਮੇਰਾ ਕਰਮ ਆ, ਮੇਰੇ ਨਾਲ ਜੁੜੀ ਹੋਈ ਹੈ ਗਾਇਕੀ ਤੇ ਮੇਰਾ ਲਿਖਣਾ ਮੇਰੇ ਨਾਲ ਜੁੜਿਆ ਹੋਇਆ, ਉਹ ਮੇਰੇ ਸੁਭਾਅ ਦੇ ਵਿੱਚ ਕੱਢ ਨਹੀਂ ਸਕਦਾ ਹੈਗਾ। ਹੁਣ ਜਿਹੜੀ ਚੀਜ਼ ਮੈਂ ਦੇਖੀ ਆ, ਮੈਂ ਉਹਦੇ ਤੇ ਕਿੱਦਾਂ ਨਾ ਲਿਖਾਂ, ਹੈਨਾ। ਜਿੱਦਾਂ ਜਿਹੜੇ ਪੁਰਾਣੇ ਗਾਣੇ ਵੀ ਸੀਗੇ ਮੇਰੇ, ਜੇ ਦਿਸ਼ਾਹੀਣ ਨਾਦਾਨ ਪਰਿੰਦੇ ਲਿਖਿਆ ਸੀ, ਮੈਨੂੰ ਲੱਗਦਾ ਸੀ ਵੀ ਕਿੱਦਾਂ ਆਪਣੇ ਡਰੱਗਸ ਦਾ ਕਿੱਦਾਂ ਹੋ ਗਿਆ, ਕਿ ਕੀ ਕੁਝ ਹੋ ਰਿਹਾ। ਜਾਂ ਉਸੇ ਫਿਲਮ ਦਾ ਇੱਕ ਹੋਰ ਗੀਤ ਸੀਗਾ ਵੀ ਕੱਲ ਨੂੰ ਸਰਵਣ ਪੁੱਤ ਨਹੀਂ ਲੱਭਣੇ, ਮਿਰਜੇ ਮਜਨੂ ਵੈਲੀ ਢੇਰ। ਉਹ ਵੀ ਗੀਤ ਇਹਨਾਂ ਗੱਲਾਂ ਕਰਕੇ ਸੀ ਵੀ ਮੈਂ ਆਪਦੇ ਅਰਾਊਂਡ ਜੋ ਦੇਖਦਾ। ਸਾਡੇ ਪਿੰਡ ਦੇ ਜਿੱਦਾਂ 16-17 ਸਾਲ ਦੇ ਮੈਂ ਮੁੰਡੇ ਮਰਦੇ ਦੇਖੇ ਆ ਨਸ਼ਿਆਂ ਦੇ ਵਿੱਚ, ਵੀ ਟੀਕਾ ਬਾਂਹ ਦੇ ਵਿੱਚ ਹੀ ਪਿਆ ਹੁੰਦਾ ਤੇ ਮਰ ਜਾਂਦੇ, ਹੈਨਾ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜੋ ਕੁਦਰਤ ਮੇਰੇ ਸਾਹਮਣੇ ਲਿਆਉਂਦੀ ਹੈ, ਮੇਰੀ ਅੱਖਾਂ ਅੱਗੇ ਲਿਆਉਂਦੀ ਆ, ਮੈਂ ਉਹਦੇ ਉੱਪਰ ਇੱਕ ਵਿਚਾਰ ਕਰਾਂ। ਤੇ ਮੇਰੇ ਖਿਆਲ ਨਾਲ ਮੈਨੂੰ ਨਹੀਂ ਬਲਕਿ ਦੁਨੀਆ ਦੇ ਸਾਰੇ ਪੋਇਟਸ ਨੂੰ, ਫਿਲਾਸਫਰਸ ਨੂੰ ਇਹ ਡਿਊਟੀ ਨਿਭਾਉਣ ਦੀ ਲੋੜ ਆ, ਹੈਨਾ। ਨਿਭਾਉਂਦੇ ਵੀ ਆਏ ਨੇ ਹੁਣ ਤਾਈਂ। ਔਰ ਇਹਦੇ ਤੇ ਜੇ ਫਿਲਾਸਫਰ ਤੇ ਪੋਇਟ ਦੀ ਫਰੀडम ਖੋਹ ਲਈ ਜਾਵੇ ਤਾਂ ਉਹ ਤਾਂ ਫਿਰ ਉਹੀ ਲਿਖੂਗਾ ਨਾ ਵੀ ਜੋ ਸਰਕਾਰਾਂ ਚਾਹੁੰਦੀਆਂ ਨੇ, ਜਾਂ ਜੋ ਜਿਹੜੇ ਉੱਪਰ ਸਾਡੇ ਬੈਠੇ ਨੇ ਜੋ ਉਹ ਚਾਹੁੰਦੇ ਨੇ, ਜਿਹੜੀਆਂ ਸਿਫਤਾਂ ਉਹ ਲਿਖਾਉਣੀਆਂ ਚਾਹੁੰਦੇ ਨੇ, ਫਿਰ ਤਾਂ ਅਸੀਂ ਉਹੀ ਲਿਖਾਂਗੇ। ਦਰਬਾਰੀ ਕਵੀ ਹੋ ਜਾਓਗੇ, ਫਿਰ ਦਰਬਾਰੀ ਗਾਇਕ ਹੋ ਜਾਓਗੇ। ਕਿਹਾ ਜਾਂਦਾ ਰਾਜਿਆਂ ਦੇ ਦਰਬਾਰ 'ਚ ਦਰਬਾਰੀ ਕਵੀ ਹੁੰਦੇ ਸੀ, ਦਰਬਾਰੀ ਗਾਇਕ ਹੁੰਦੇ ਸੀ, ਦਰਬਾਰੀ ਪੱਤਰਕਾਰ ਵੀ ਹੁੰਦੇ ਨੇ ਜਿਹੜੇ ਦਰਬਾਰਾਂ ਦੀ ਗੱਲ ਹੀ ਕਰਦੇ ਨੇ। ਜੀ ਬਿਲਕੁਲ। ਫਿਰ ਉਹਦੇ ਨਾਲ ਫਿਰ ਸਟੈਗਨੈਂਟ ਹੋ ਜਾਵਾਂਗੇ ਅਸੀਂ, ਸਾਡਾ ਸਮਾਜ ਇੱਕ ਥਾਂ ਹੀ ਖੜ ਜਾਊਗਾ, ਕੋਈ ਨਵੀਂ ਸੋਚ ਨਹੀਂ ਆਊਗੀ, ਕੋਈ ਕਿਸੇ ਨੂੰ ਚੈਲੰਜ ਕਰਨ ਦੀ ਹਿੰਮਤ ਨਹੀਂ ਕਰੂਗਾ। ਚੈਲੰਜ ਦੇ ਵਿੱਚ, ਵਿਰੋਧ ਦੇ ਵਿੱਚ ਹੀ ਫਿਰ ਇੱਕ ਨਵੀਂ ਸੋਚ ਉਪਜਦੀ ਆ ਤੇ ਉਹਦੇ ਨਾਲ ਫਾਇਦਾ ਹੀ ਹੁੰਦਾ। ਜਿੱਦਣ ਪਹਿਲਾ 에ਅਰਕ੍ਰਾਫਟ ਬਣਿਆ ਸੀਗਾ, ਲੋਕਾਂ ਨੇ ਉਦੋਂ ਵੀ ਕਿਹਾ ਸੀਗਾ ਵੀ ਇਹਨਾਂ ਨੇ ਲੋਹੇ ਦਾ ਇਹ ਕੀ ਬਣਾ ਲਿਆ, ਤਾਂ ਇਹਦੇ ਵਿੱਚ ਚੜੂਗਾ ਕੌਣ ਤੇ ਜਾਊਗਾ ਕੌਣ? ਤਾਂ ਰੱਬ ਦੀ ਹੋਂਦ ਦੇ ਹੀ ਅਗੇਂਸਟ ਹੈਗਾ। ਪਰ ਅੱਜ ਅਸੀਂ ਸਾਰੇ ਉਹਨਾਂ ਜਾਂਦੇ ਆ, ਚੜ੍ਹਦੇ ਆ, ਅੱਜ ਕੋਈ ਉਹਦਾ ਵਿਰੋਧ ਨਹੀਂ ਕਰਦਾ ਹੈਗਾ। ਪਰ ਜਦੋਂ ਕੋਈ ਚੀਜ਼ ਜਿਹੜੀ ਅਸੀਂ ਸੁਣੀ ਨਹੀਂ ਆ, ਉਹ ਸਾਡੇ ਲਈ ਐਕਸੈਪਟੇਬਲ ਵੀ ਨਹੀਂ ਹੁੰਦੀ, ਸਾਡੇ ਵਾਸਤੇ ਉਹ ਬਿਲਕੁਲ ਨਵੀਂ ਹੁੰਦੀ। ਪਰ ਇਹ ਟੌਪਿਕ, ਮੈਂ ਹੈਰਾਨ ਇਸ ਗੱਲ ਤੋਂ ਕਿ ਇਸ ਟੌਪਿਕ ਦੀ ਗੱਲ ਤਾਂ ਕਈ ਸਦੀਆਂ ਤੋਂ ਹੁੰਦੀ ਆ ਰਹੀ ਆ, ਤਾਂ ਮੈਂ ਕੋਈ ਨਵੀਂ ਕੀਤੀ ਨਹੀਂ ਸੀਗੀ। ਕਿ ਕਬੀਰ ਜੀ ਤੋਂ ਸ਼ੁਰੂ ਹੋ ਕੇ ਤੁਸੀਂ ਨਾਮਦੇਵ ਜੀ ਦੀ ਗੱਲ ਕਰ ਲਓ, ਰਵਿਦਾਸ ਜੀ ਦੀ ਗੱਲ ਕਰ ਲਓ, ਗੁਰੂ ਨਾਨਕ ਸਾਹਿਬ ਦੀ ਗੱਲ ਕਰ ਲਓ, ਸਾਰੇ ਹੀ ਗੱਲ ਕਰਦੇ ਰਹੇ। ਮੈਂ ਕੋਈ ਨਵਾਂ ਨਹੀਂ ਸੀਗਾ। ਔਰ ਮੈਨੂੰ ਇਹ ਵੀ ਲੱਗਦਾ ਕਿ ਜਿਹੜੀਆਂ ਸਾਡੀਆਂ ਆਮ, ਜਦੋਂ ਅਸੀਂ ਯਾਰਾਂ ਦੋਸਤਾਂ ਮਿੱਤਰਾਂ 'ਚ ਬੈਠਦੇ ਆ, ਜਦੋਂ ਵੀ ਸਾਡੀ ਧਰਮ ਤੇ ਚਰਚਾ ਹੁੰਦੀ ਆ, ਤਾਂ ਇਹ ਆਮ ਟੌਪਿਕ ਹੁੰਦਾ ਡਿਸਕਸ਼ਨ ਦਾ। ਅਸੀਂ ਇਹ ਗੱਲ ਡਿਸਕਸ ਕਰਦੇ ਆ ਕਿ ਅਸੀਂ ਕਿੱਥੇ ਕਿੰਨਾ ਪੈਸਾ ਜਿਹੜਾ ਉਹ ਏਦਾਂ ਹੀ ਵੇਸਟ ਕਰਦੇ ਆ। ਠੀਕ ਆ, ਧਾਰਮਿਕ ਸਥਾਨਾਂ ਦੇ ਉੱਪਰ ਪੈਸਾ ਕਲੈਕਟ ਕਰਨ ਦੀ ਲੋੜ ਹੁੰਦੀ ਹੈ ਸੋ ਦੈਟ ਮਾੜੇ ਟਾਈਮ ਤੇ ਕੰਮ ਆ ਸਕੇ। ਪਰ ਕੁਝ ਚੀਜ਼ਾਂ ਆ ਜਿਨ੍ਹਾਂ ਦੇ ਵਿੱਚ ਪੈਸਾ ਜਿਹੜਾ ਉਹ ਵੇਸਟ ਹੀ ਹੁੰਦਾ, ਉਹ ਕਲੈਕਟ ਨਹੀਂ ਹੋ ਰਿਹਾ ਹੁੰਦਾ। ਹੁਣ ਜੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੀਆਂ ਸਪਿਰਿਚੁਅਲ ਐਕਟੀਵਿਟੀਜ਼ ਨਾ ਕਰੋ। ਜੇ ਤੁਸੀਂ ਭਗਵਾਨ ਨੂੰ ਖੁਸ਼ ਕਰਨ ਵਾਸਤੇ, ਰਝਾਉਣ ਵਾਸਤੇ ਕੁਝ ਕਰਨਾ ਚਾਹੁੰਦੇ ਆ, ਕਰੋ। ਜੇ ਕੋਈ ਗਊ ਦਾ ਮੂਤਰ ਪੀਣਾ ਚਾਹੁੰਦਾ ਹੈਗਾ, ਵੀਰ ਸਿੰਘ ਨੇ ਜਾ ਕੇ ਥੋੜੀ ਕਹਿ ਕੇ FIR ਕਰ ਦੋ ਉਹਦੇ ਤੇ, ਉਹ ਠੀਕ ਹੈ, ਉਹਦੀ ਆਜ਼ਾਦੀ ਆ, ਉਹ ਕਰੇ, ਉਹਦੀ ਆਜ਼ਾਦੀ ਹੋ ਸਕਦੀ ਹੈ। ਉਹਦੀ ਆਜ਼ਾਦੀ, ਉਹਦਾ ਆਪਣੀ ਉਹਦੀ ਮਰਜ਼ੀ ਆ, ਉਹਦਾ ਓਪੀਨੀਅਨ, ਉਹਦੀ ਫਰੀडम ਹੈ। ਜੇ ਉਹ ਪੀਣਾ ਚਾਹੁੰਦਾ ਤਾਂ ਉਹ ਪੀਵੇ। ਮੈਂ ਆਪਦੇ ਗੀਤ ਵਿੱਚ ਇਹ ਨਹੀਂ ਕਿਹਾ ਕਿ ਗਊ ਦਾ ਮੂਤ ਸ਼ੁੱਧ ਨਹੀਂ ਆ, ਮੈਂ ਸਗੋਂ ਕਿਹਾ ਕਿ ਸ਼ੁੱਧ ਆ। ਪਰ ਉਹਦੇ ਨਾਲ ਜੇ ਸਾਡਾ ਦਿਲ ਇੰਨਾ ਖੁੱਲਾ ਹੈਗਾ ਵੀ ਅਸੀਂ ਉਸ ਚੀਜ਼ ਨੂੰ ਐਕਸੈਪਟੇਬਿਲਿਟੀ ਦੇ ਸਕਦੇ ਹਾਂ,
ਫਿਰ ਰੱਬ ਦਾ ਹੀ ਬਣਾਇਆ ਹੋਇਆ ਬੰਦਾ ਸੀ, ਉਹਦੇ ਟੱਚ ਨੂੰ ਕਿੱਦਾਂ ਮਾੜਾ ਕਹਿ ਸਕਦੇ ਹਾਂ, ਉਹਦੀ ਸ਼ੋਅ ਨੂੰ ਕਿੱਦਾਂ ਮਾੜਾ ਕਹਿ ਸਕਦੇ ਹਾਂ, ਹੈਨਾ। ਬਿਲਕੁਲ, ਇਸ ਦੇਸ਼ ਦੇ ਅੰਦਰ ਬਹੁਤ ਸਾਰੇ ਮੰਦਿਰ ਹੁਣ ਤੱਕ ਰਹੇ ਨੇ। ਡਾਕਟਰ ਅੰਬੇਦਕਰ ਦੀ ਇੱਕ ਲਹਿਰ ਰਹੀ ਹੈਗੀ ਕਿ ਜਿਹੜਾ ਇਹ ਔਨ ਰਿਕਾਰਡ ਗੱਲਾਂ ਨੇ, ਕੋਈ ਉਹ ਗੱਲਾਂ ਨਹੀਂ ਕਰ ਰਿਹਾ ਸੀ। ਡਾਕਟਰ ਅੰਬੇਦਕਰ ਨੇ ਇੱਕ ਲਹਿਰ ਚਲਾਈ ਸੀ ਕਿ ਜਾ ਕੇ ਜਿਹੜਾ ਟੋਭਿਆਂ 'ਚ ਪਾਣੀ, ਦਲਿਤਾਂ ਨੂੰ ਟੋਭਿਆਂ ਤੱਕ ਲੈ ਕੇ ਗਏ ਸੀ ਤੇ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀ। ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਦਲਿਤਾਂ ਦਾ ਪ੍ਰਵੇਸ਼ ਨਹੀਂ ਆ, ਜਿੱਥੇ ਗਰੀਬ ਲੋਕਾਂ ਨੂੰ ਦੂਰ ਰੱਖਿਆ ਜਾਂਦਾ। ਇਹ ਤਾਂ ਆਪਾਂ ਨੂੰ ਪਤਾ ਹੀ ਹੈਗਾ, ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਇਹਦੇ ਤੇ ਬਹੁਤ ਸਾਰੇ ਲੋਕਾਂ ਨੇ ਲਿਖਿਆ ਹੈਗਾ, ਗੁਰਬਾਣੀ 'ਚ ਲਿਖਿਆ ਗਿਆ, ਇਹਦੇ ਤੇ ਵੱਖ-ਵੱਖ ਧਰਮਾਂ 'ਚ ਲਿਖਿਆ ਗਿਆ। ਵੱਖ-ਵੱਖ ਹਿੰਦੂਇਜ਼ਮ ਦੇ ਅੰਦਰ ਬਹੁਤ ਸਾਰੀਆਂ ਲਹਿਰਾਂ ਨੇ। ਆਰੀਆ ਸਮਾਜ ਲਹਿਰ ਹੈ, ਇੱਕ ਸਮਾਜ ਸੁਧਾਰਕ ਲਹਿਰ ਹੈ। ਅੱਜ ਵੀ ਸਾਡੇ ਨਾ ਭਾਜੀ ਆਮ, ਮੈਂ ਪਾਰਟਿਕੂਲਰਲੀ ਉਹ ਵਰਡਸ ਤਾਂ ਯੂਜ਼ ਕਰ ਨਹੀਂ ਸਕਦਾ, ਮੈਨੂੰ ਇਜਾਜ਼ਤ ਨਹੀਂ ਹੈ, ਨਾ ਮੈਂ ਕਰਨੇ ਚਾਹੁੰਦਾ ਹੀ ਹਾਂ। ਪਰ ਅੱਜ ਵੀ ਜੇ ਅਸੀਂ ਕਿਸੇ ਨੂੰ, ਜਿੱਦਾਂ ਯਾਰਾਂ ਮਿੱਤਰਾਂ ਦੇ ਵਿੱਚ ਕਈ ਵਾਰੀ ਆਪਾਂ ਗਾਲ ਕੱਢਦੇ ਆ ਨਾ, ਤਾਂ ਉਹ ਕਈ ਵਾਰੀ ਆਪਾਂ ਨੀਵੀਆਂ ਜਾਤੀਆਂ ਦੀ ਵਰਡ ਨੂੰ ਯੂਜ਼ ਕਰਕੇ ਆਪਾਂ ਸੱਦਦੇ ਆ, ਗਾਲ ਕੱਢਦੇ ਆ, ਗਾਲ ਵਾਂਗੂ ਯੂਜ਼ ਕਰਦੇ ਆ ਉਹਨਾਂ ਵਰਡਸ ਨੂੰ ਆਪਾਂ, ਹੈਨਾ। ਤਾਂ ਉਹਨਾਂ ਬੰਦਿਆਂ ਦੇ ਹੱਕ ਦੀ ਗੱਲ ਵੀ ਕਿੱਥੇ ਰਹਿ ਗਈ, ਹੈਨਾ। ਜੇ ਉਹਨਾਂ ਦੀ ਜਾਤੀ ਨੂੰ ਅਸੀਂ ਗਾਲ ਬਣਾ ਕੇ ਰੱਖਿਆ ਹੋਇਆ, ਤਾਂ ਉਹ ਤਾਂ ਫਿਰ ਕਦੇ ਵੀ ਰਾਈਜ਼ ਨਹੀਂ ਕਰ ਸਕਦੇ। ਉਹ ਤਾਂ ਇੱਕ ਇਹੋ ਜਿਹੇ ਮੈਂਟਲ ਟਰਾਮਾ ਦੇ ਵਿੱਚ ਨੇ ਕਿ ਉਹ 100 ਬੰਦਿਆਂ 'ਚ ਬਹਿ ਕੇ ਗੱਲ ਨਹੀਂ ਕਰ ਸਕਦੇ। ਕਲਾਕਾਰ ਬਾਰੇ ਇਹ ਵੀ ਕਿਹਾ ਜਾਂਦਾ ਵੀਰ ਕਿ ਸ਼ਬਦਾਂ ਦਾ ਖਿਡਾਰੀ ਹੁੰਦਾ, ਕਲਾਕਾਰ ਦੇ ਸ਼ਬਦ ਹੀ ਇੰਪੋਰਟੈਂਟ ਹੁੰਦੇ ਨੇ। ਤੁਹਾਨੂੰ ਇਹ ਲੱਗਦਾ ਕਿ ਜਦੋਂ ਇਹਦੇ ਤੇ ਇੰਨੀ ਚਰਚਾ ਚੱਲ ਰਹੀ ਹੈ, ਇਹ ਸ਼ਬਦ ਨੇ ਜਿਹੜੇ ਤੁਹਾਡੇ ਲਈ ਅੱਗੇ ਕੀ ਮਹੱਤਤਾ ਰੱਖਦੇ ਨੇ? ਇਹ ਸ਼ਬਦ ਹੁਣ ਕਿਸ ਤਰ੍ਹਾਂ ਦੇ ਹੋਣਗੇ? ਕਿਉਂਕਿ ਲਿਖਣਾ ਤਾਂ ਤੁਸੀਂ ਅੱਗੇ ਵੀ ਹੈ, ਇਹਨਾਂ ਟੌਪਿਕਸ ਤੇ ਵੀ ਲਿਖੋਗੇ। ਮੇਰੇ ਵਾਸਤੇ ਸ਼ਬਦਾਂ ਦਾ ਸ਼ਬਦ ਸੈਕੰਡਰੀ ਹੈ, ਪਹਿਲੀ ਚੀਜ਼ ਥਾਟ ਆ। ਥਾਟ ਤੁਹਾਡਾ ਡਾਇਰੈਕਸ਼ਨ ਕੀ ਹੈ, ਤੁਸੀਂ ਕੀ ਲਿਖਣਾ ਚਾਹੁੰਦੇ ਹੋ, ਤੁਸੀਂ ਸੋਚਿਆ ਕੀ ਆ। ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਆ, ਜੋ ਸੋਚਿਆ ਉਹਨੂੰ ਹੂਬਹੂ ਮੈਂ ਉਦਾਂ ਹੀ ਲਿਖਾਂ। ਜਿੱਦਾਂ ਮੇਰੀ ਪਰਵਰਿਸ਼ ਹੋਈ ਹੈ, ਮੈਨੂੰ ਉਹਦੇ ਤੇ ਵੀ ਮਾਣ ਆ। ਜਿੱਦਾਂ ਦਾ ਮੈਨੂੰ ਸਰਕਲ ਮਿਲਿਆ, ਜਿੱਦਾਂ ਦੇ ਸਰਕਮਸਟੈਂਸਸ ਮੈਨੂੰ ਮਿਲੇ, ਮੇਰੇ ਪ੍ਰਮਾਤਮਾ ਨੇ ਦਿੱਤੇ, ਮੈਨੂੰ ਉਹਦੇ ਤੇ ਬਹੁਤ ਮਾਣ ਹੈ, ਕਿਉਂਕਿ ਉਹ 'ਚ ਮੈਂ ਸਿੱਖਿਆ ਆ। ਔਰ ਜਿਹੜੇ ਲੋਕ ਨਿੱਜੀ ਤੌਰ ਤੇ ਮੈਨੂੰ ਜਾਣਦੇ ਆ ਜਾਂ ਮੇਰੇ ਨਾਲ ਵਿਚਰਦੇ ਨੇ, ਉਹਨਾਂ ਨੂੰ ਕਲੀਅਰਲੀ ਪਤਾ ਕਿ ਮੇਰਾ ਸੁਭਾਅ ਕਿੱਦਾਂ ਦਾ ਆ। ਮੇਰੇ ਹਰ ਧਰਮ ਦੇ ਬੰਦੇ ਮੇਰੇ ਫਰੈਂਡਸ ਆ, ਬਹੁਤ ਗੂੜੇ ਫਰੈਂਡਸ ਆ, ਬਹੁਤ ਗੂੜੇ ਮਿੱਤਰ ਆ। ਉਹਨਾਂ ਨੂੰ ਜਦ ਕਿ ਕੋਈ ਪ੍ਰੋਬਲਮ ਨਹੀਂ ਹੋਈ। ਜਿਹੜੇ ਹੋਰ ਵੀ ਮੈਨੂੰ ਬਹੁਤ ਸਾਰੇ ਕਮੈਂਟਸ, ਬਹੁਤ ਸਾਰੇ ਮੈਸੇजेस ਹਿੰਦੂ ਵੀਰਾਂ ਦੇ ਆਏ ਆ, ਮੁਸਲਿਮ ਵੀਰਾਂ ਦੇ ਆਏ ਆ, ਸਿੱਖ ਵੀਰਾਂ ਦੇ ਆਏ ਆ, ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ, ਠੀਕ ਹੈ। ਦੂਸਰੀ ਗੱਲ ਇਹ ਕਿ ਆਸਥਾ ਜਿਹੜੀ ਆ ਨਾ, ਆਸਥਾ ਬਹੁਤ ਉੱਚੀ ਚੀਜ਼ ਆ। ਆਸਥਾ ਏਡੀ ਛੇਤੀ ਘੱਟ ਨਹੀਂ ਹੋ ਸਕਦੀ। ਫਿਰ ਜੇ ਇਹਨੂੰ ਅਸੀਂ ਆਸਥਾ ਦਾ ਨਾਮ ਦਿੰਨੇ ਆ, ਤਾਂ ਫਿਰ ਤਾਂ ਸਤੀ ਪ੍ਰਥਾ ਕਿਸੇ ਵੇਲੇ ਆਸਥਾ ਸੀ, ਜਾਂ ਬੰਦਿਆਂ ਦੀ ਬਲੀ ਦੇਣਾ ਵੀ ਆਸਥਾ ਸੀ। ਫਿਰ ਅਸੀਂ ਉਹਨਾਂ ਦੇ ਖਿਲਾਫ ਕਿਉਂ ਗਏ? ਫਿਰ ਉਹ ਵੀ ਰਹਿਣ ਦਿੰਦੇ, ਉਹ ਵੀ ਹੋ ਹੀ ਰਹੇ ਤਾਂ ਚੱਲਣ ਦਿੰਦੇ, ਵੀ ਇਹ ਵੀ ਤਾਂ ਕਿਸੇ ਦੀ ਆਸਥਾ, ਉਹਦੇ ਅਗੇਂਸਟ ਬੋਲ ਕੇ ਕਿਉਂ ਆਪਾਂ ਮੂੰਹ ਪੜਵਾਉਣਾ, ਹੈਨਾ। ਤਾਂ ਜੇ ਅਸੀਂ ਇਹ ਫਰੀडम ਖੋਹਨੇ ਆ ਆਪਣੇ ਆਰਟਿਸਟਾਂ ਕੋਲੋਂ, ਆਪਣੇ ਕਲਾਕਾਰ ਭਰਾਵਾਂ ਕੋਲੋਂ ਖੋਹ ਲੈਂਦੇ ਆ, ਤਾਂ ਮੈਨੂੰ ਨਹੀਂ ਲੱਗਦਾ ਆਪਾਂ ਇੱਕ ਚੰਗੇ ਸਮਾਜ ਦੇ ਵਿੱਚ। ਤਾਂ ਵੀਰ ਕੀ ਲੱਗਦਾਗਾ ਫਿਰ ਸਰਕਾਰਾਂ ਨੂੰ? ਆਪਾਂ ਕਨਸਟੀਟਿਊਸ਼ਨ ਦੀ ਜਦੋਂ ਗੱਲ ਕਰ ਰਹੇ ਹਾਂਗੇ ਕਿ ਕਨਸਟੀਟਿਊਸ਼ਨ ਇਹ ਕਹਿੰਦਾ ਹੈਗਾ ਕਿ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ, ਤਾਂ ਇੱਕ ਕਲਾਕਾਰ ਦੇ ਤੌਰ ਤੇ ਤੁਸੀਂ ਭਾਰਤੀ ਸਟੇਟ 'ਚ ਰਹਿ ਰਹੇ ਹੋ, ਪੰਜਾਬ ਦੀ ਸਰਕਾਰ ਹੈ, ਇੱਥੇ ਦੋ ਸਰਕਾਰਾਂ ਤੁਹਾਡੇ ਸਾਹਮਣੇ ਨੇ, ਤੁਸੀਂ ਲਿਖ ਰਹੇ ਹੋ, ਔਰ ਕੋਈ ਪਹਿਲੀ ਵਾਰ ਇਹ ਨਹੀਂਗਾ ਕਿ ਵੀਰ ਸਿੰਘ ਜਾਂ ਬਾਵਾ, ਸਲਮਾਨ ਰਸ਼ਦੀ ਹੈ, ਤਸਲੀਮਾ ਨਸਰੀਨ ਆ, ਦੁਨੀਆ ਭਰ ਦੀਆਂ ਐਗਜ਼ਾਮਪਲਾਂ, ਮੈਂ ਤੁਹਾਨੂੰ 10 ਐਗਜ਼ਾਮਪਲਾਂ ਜਾਂ ਗਿਣਾ ਸਕਦਾਗਾ ਕਿ ਕੀ ਹੁੰਦਾ ਦੁਨੀਆ ਦੇ ਅੰਦਰ ਆਰਟਿਸਟਾਂ ਦੇ ਨਾਲ। MF ਹੁਸੈਨ ਐਡੇ ਵੱਡੇ ਪੇਂਟਰ ਸੀ, ਤੁਹਾਨੂੰ ਪਤਾ ਕੀ ਦੌਰ ਸੀ, ਕਿਸ ਤਰੀਕੇ ਦਾ ਕੀ ਕੁਝ ਹੋਇਆ ਸੀਗਾ। ਤਾਂ ਤੁਸੀਂ ਕੀ ਸਮਝਦੇ ਹੋ ਫਿਰ ਇੱਕ ਆਰਟਿਸਟ ਤੇ ਸਟੇਟ ਦਾ ਰਿਲੇਸ਼ਨ ਕੀ ਹੁੰਦਾ? ਸਟੇਟ ਕੀ ਕਰੇ? ਕਿਉਂਕਿ ਸਟੇਟ ਦੇ ਅੰਦਰ ਅਸੀਂ ਰਹਿ ਰਹੇ ਹਾਂ, ਐਗਜ਼ਿਸਟਿੰਗ ਸਟੇਟ ਇਹ ਹੈਗੀ। ਤੁਹਾਨੂੰ ਕੀ ਲੱਗਦਾਗਾ, ਉਮੀਦ ਕੀ ਕਰਦੇ? ਸਾਡੀ ਸਟੇਟ ਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਜਿਹੜਾ ਆਰਟਿਸਟ ਹੁੰਦਾ, ਸਟੇਟ ਦੀ ਪ੍ਰਾਪਰਟੀ ਹੁੰਦਾ। ਇੱਕ ਆਰਟਿਸਟ ਨੇ ਹੀ ਬਾਹਰ ਜਾ ਕੇ ਪੋਰਟਰੇ ਕਰਨਾ ਹੁੰਦਾ ਵੀ ਮੈਂ ਕਿਸ ਮਾਹੌਲ 'ਚ ਰਹਿ ਰਿਹਾ। ਜਦੋਂ ਮੇਰੇ ਗੀਤ ਜਾਂ ਇਸ ਵੇਲੇ ਸਮਕਾਲੀ ਜਿਹੜੇ ਵੀ ਮੇਰੇ ਵੀਰ ਨੇ, ਉਹਨਾਂ ਦੇ ਗੀਤ ਜਦੋਂ ਕੋਈ ਪੜੂਗਾ, ਤਾਂ ਉਹਨੂੰ ਸਾਡੇ ਕਲਚਰ ਬਾਰੇ ਪਤਾ ਲੱਗਣਾ ਵੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਕੀ ਹੋ ਰਿਹਾ ਸੀਗਾ, ਤੇ ਜੇ ਹਨੇਰਾ ਸੀਗਾ ਤਾਂ ਕਿਸੇ ਨੇ ਆਵਾਜ਼ ਕਿਉਂ ਨਹੀਂ ਚੁੱਕੀ, ਠੀਕ ਹੈ। ਸੋ ਜੇ ਉਹ ਗੱਲਾਂ ਅਸੀਂ ਪੋਰਟਰੇ ਨਹੀਂ ਕਰ ਪਾ ਰਹੇ ਹੈਗੇ, ਜੇ ਅਸੀਂ ਸੱਚ ਨਹੀਂ ਬੋਲ ਪਾ ਰਹੇ ਹੈਗੇ, ਤਾਂ ਉਹ ਫਿਰ ਸਾਡੀ ਗਲਤੀ ਆ, ਉਹ ਸਾਡੀ ਫਰਜ਼ ਤੋਂ ਉਲੰਘਣਾ ਹੈ। ਫਿਰ ਅਸੀਂ ਆਪਣੇ ਫਰਜ਼ ਤੇ ਪੂਰੇ ਉਤਰ ਨਹੀਂ ਰਹੇ ਹੈਗੇ। ਜੇ ਅਸੀਂ ਡਰ ਕੇ, ਜਾਂ ਜੇ ਅਸੀਂ ਕਿਸੇ ਦੀ ਪੱਖਵਾਦੀ ਕਰਕੇ, ਜਾਂ ਅਸੀਂ ਕਿਸੇ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਲਿਖ ਰਹੇ ਹਾਂ, ਜਾਂ ਸਾਡੇ ਕੋਲ ਲਿਖਵਾਇਆ ਜਾ ਰਿਹਾ ਆ, ਤਾਂ ਫਿਰ ਉਹ ਸਹੀ ਸਮਾਜ ਨਹੀਂ। ਤੁਹਾਨੂੰ ਕੀ ਲੱਗਦਾ ਇਹੋ ਜਿਹੇ ਮਾਹੌਲ 'ਚ, ਤੁਹਾਨੂੰ ਇਹ ਲੱਗਦਾ ਆਉਣ ਵਾਲੇ ਸਮੇਂ 'ਚ ਕਲਾ ਕਿਸ ਤਰ੍ਹਾਂ ਦੀ ਹੋਏਗੀ? ਫਿਰ ਆਉਣ ਵਾਲੇ ਦਿਨਾਂ 'ਚ ਕਲਾਕਾਰੀ, ਆਉਣ ਵਾਲੇ ਦਿਨਾਂ 'ਚ ਗਾਇਕੀ, ਆਉਣ ਵਾਲੇ ਦਿਨਾਂ ਦੇ ਅੰਦਰ ਤੁਹਾਨੂੰ ਲੱਗਦਾ ਇਸ ਤਰ੍ਹਾਂ ਦੇ ਪ੍ਰੈਸ਼ਰ ਫਿਰ ਇਹਨੂੰ ਮਿਨੀਮਾਈਜ਼ ਕਰਨਗੇ ਚੀਜ਼ਾਂ ਨੂੰ? ਦੇਖੋ, ਕਲਾਕਾਰੀ ਜਿਹੜੀ ਆ ਨਾ, ਜਿਹੜਾ ਕਲਾਕਾਰ ਹੁੰਦਾ, ਪਹਿਲੀ ਗੱਲ ਤਾਂ ਉਹ ਦੇਹ ਨਾਲ ਬਹੁਤਾ ਜੁੜਿਆ ਨਹੀਂ ਹੁੰਦਾ। ਕਲਾਕਾਰ ਜ਼ਿਆਦਾ ਆਪਣੀ ਸੋਚ ਨਾਲ ਜੁੜਿਆ ਹੁੰਦਾ। ਉਹ ਆਪਣੇ ਜੋ ਉਹਦੇ ਅੰਦਰ ਦੇ ਅਸੂਲ ਨੇ ਉਹਨਾਂ ਨਾਲ ਜੁੜਿਆ ਹੁੰਦਾ। ਉਹਨਾਂ ਕਰਕੇ ਹੀ ਕਲਾਕਾਰ ਹੁੰਦਾ। ਹੋਰ ਖੰਭ ਤਾਂ ਲੱਗੇ ਨਹੀਂ ਹੁੰਦੇ ਕਲਾਕਾਰ ਨੂੰ। ਲੋਕ ਜੇ ਉਹਨੂੰ ਸਿਰ ਤੇ ਚੁੱਕਦੇ ਆ ਤਾਂ ਉਹਦੇ ਥਾਟਸ ਕਰਕੇ ਹੀ ਚੁੱਕਦੇ ਆ, ਤੇ ਥਾਟਸ ਹਮੇਸ਼ਾ ਕ੍ਰਾਂਤੀ ਕਰਦੇ। ਸੋ ਉਹ ਕ੍ਰਾਂਤੀ ਦੱਬੀ ਤਾਂ ਨਹੀਂ ਜਾ ਸਕਦੀ। ਜਿਹੜਾ
ਥਾਟ ਪ੍ਰੋਸੈਸ ਕਿਸੇ ਪੋਇਟ ਦਾ, ਕਿਸੇ ਫਿਲਾਸਫਰ ਦਾ ਹੁੰਦਾ, ਉਹ ਬਾਕੀਆਂ ਨਾਲੋਂ ਥੋੜਾ ਵੱਖਰਾ ਹੀ ਹੁੰਦਾ ਆ। ਤੇ ਹੋ ਸਕਦਾ ਕਿ ਉਹਨੂੰ ਵੇਲੇ ਦਰ ਵੇਲੇ ਉਹਨੂੰ ਸਹਿਮਤੀ ਨਾ ਦਿੱਤੀ ਜਾਵੇ, ਪ੍ਰਵਾਨ ਨਾ ਕੀਤਾ ਜਾਵੇ, ਪਰ ਇਹਦਾ ਮਤਲਬ ਇਹ ਨਹੀਂ ਕਿ ਪੋਇਟਸ ਮੁੱਕ ਜਾਣਗੇ। ਜੇ ਮੈਂ ਕਈ ਵਾਰੀ ਇਹ ਵੀ ਕਹਿੰਦਾ ਹੁੰਦਾ ਕਿ ਜਿੰਨੀਆਂ ਸੱਚ ਦੀਆਂ ਕਿਤਾਬਾਂ ਸਾਡੇ ਕੋਲ ਅੱਜ ਆ, ਜੇ ਸਾਡੇ ਕੋਲੋਂ ਖੋ ਕੇ ਕੋਈ ਇਹ ਉਮੀਦ ਕਰੇ ਕਿ ਅਸੀਂ ਇਹਨਾਂ ਕੋਲੋਂ ਸਾਰੀ ਹਿਸਟਰੀ, ਸਾਰਾ ਕੁਝ ਖੋ ਲਿਆ, ਤਾਂ ਹੁਣ ਇਹ ਸੱਚ ਨਹੀਂ ਲੱਭ ਸਕਣਗੇ। ਸੱਚ ਤਾਂ ਅੰਦਰ ਹੁੰਦਾ। ਜਿੱਦਣ ਕੋਈ ਇੱਕ ਬੰਦਾ ਆਪਣੇ ਅੰਦਰ ਨਾਲ ਜੁੜ ਗਿਆ, ਉਦੋਂ ਫਿਰ ਨਵੀਂ ਕਿਤਾਬ ਇੱਕ ਸਿਰਜ ਕੇ ਜਾਊਗਾ, ਉਦੋਂ ਫਿਰ ਇੱਕ ਇਤਿਹਾਸ ਖੜਾ ਕਰਕੇ ਜਾਊਗਾ। ਸੋ ਮੈਨੂੰ ਤਾਂ ਇਹ ਹੈ ਵੀ ਮੈਂ ਜਿਹੜੇ ਵੀ ਰਿਪੋਰਟ ਵੀ ਕਰ ਰਹੇ ਆ, ਤੁਸੀਂ ਇਹ ਕਹਿਣਾ ਚਾਹੁੰਦੇ, ਜਿਹੜੀ ਇਹ ਗੱਲ ਬਾਰ-ਬਾਰ ਆ, ਤੁਸੀਂ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਨੂੰ, ਕਿਉਂਕਿ ਤੁਹਾਡੇ ਗੀਤ ਸਾਰੇ ਧਰਮਾਂ ਦਾ ਜ਼ਿਕਰ ਆ, ਕੋਈ ਇਕੱਲੇ ਹਿੰਦੂ ਧਰਮ ਦਾ ਨਹੀਂ ਹੈਗਾ, ਧਰਮ ਦੀਆਂ ਕਿਸੇ ਦੀਆਂ ਭਾਵਨਾਵਾਂ ਨੂੰ, ਧਰਮ ਨੂੰ ਕੋਈ ਨਾ ਤੁਸੀਂ ਹਿੱਟ ਕੀਤਾ, ਨਾ ਤੁਸੀਂ ਹਰਟ ਕੀਤਾ। ਮੈਂ ਸਿੱਧੇ ਤੌਰ ਤੇ ਇਹ ਗੱਲ ਕਹਿਣਾ, ਮੈਂ ਫਿਰ ਕਹਿਣਾ ਕਿ ਜਿਹੜੇ ਵੀਰ ਕ੍ਰਿਟਿਸਾਈਜ਼ ਕਰ ਵੀ ਰਹੇ ਨੇ, ਉਹ ਦੁਬਾਰਾ ਇੱਕ ਵਾਰੀ ਗੀਤ ਨੂੰ ਵਿਚਾਰਨ, ਦੁਬਾਰਾ ਇੱਕ ਵਾਰੀ ਉਹਨੂੰ ਸਾਰਾ ਪੜ੍ਹ ਕੇ ਦੇਖਣ, ਸੁਣ ਕੇ ਦੇਖਣ, ਫਿਰ ਵਿਚਾਰ ਕਰਨ ਆਪਣੇ ਆਪ ਨਾਲ, ਕਿਸੇ ਦਾ ਓਪੀਨੀਅਨ ਲੈ ਕੇ ਨਹੀਂ। ਹੁੰਦਾ ਕੀ ਆ ਕਿ ਕਈ ਵੀਰਾਂ ਦਾ ਏਦਾਂ ਦਾ ਵੀ ਸੀਗਾ ਕਿ ਉਹਨਾਂ ਨੇ ਸਿਰਫ ਸਥਾਈ ਸੁਣੀ, ਫੋਨ ਕਰਤਾ ਵੀ ਹਾਂਜੀ ਆਹ ਗੱਲ ਆ, ਪੂਰਾ ਗਾਣਾ ਸੁਣਿਆ ਨਹੀਂ। ਫਿਰ ਕਈਆਂ ਦਾ ਇਹ ਵੀ ਸੀਗਾ ਵੀ ਸਾਨੂੰ ਫੋਨ ਆਇਆ ਸੀਗਾ, ਅਸੀਂ ਤਾਂ ਤੈਨੂੰ ਫੋਨ ਕੀਤਾ ਸੀ, ਗਾਣਾ ਨਹੀਂ ਸੁਣਿਆ। ਪਹਿਲਾਂ ਸੁਣੀਏ ਤਾਂ ਸਹੀ, ਆਪਾਂ ਵਿਚਾਰੀਏ ਤਾਂ ਸਹੀ, ਕਿਉਂਕਿ ਧਰਮ ਤਾਂ ਸਿਰਫ ਪਿਆਰ ਸਿਖਾਉਂਦੇ ਆ। ਮੇਰੇ ਤੇ ਐਲੀਗੇਸ਼ਨ ਇਹ ਸੀ ਵੀ ਮੈਂ ਪੱਖਵਾਦੀ ਆ ਜਾਂ ਮੈਂ ਵੰਡਣ ਦੀ ਕੋਸ਼ਿਸ਼ ਕੀਤੀ, ਮੈਂ ਤਾਂ ਉਲਟਾ ਜੋੜਨ ਦੀ ਕੋਸ਼ਿਸ਼ ਕੀਤੀ। ਮੈਂ ਦੋ ਵਰਗ ਜਿਹੜੇ ਸਮਾਜ ਦੇ, ਇੱਕ ਲੋਅਰ ਜਿਹੜਾ ਇੱਕ ਅੱਪਰ ਆ, ਉਹਨਾਂ ਨੂੰ ਇਕੱਠੇ ਰਹਿਣ ਦੀ ਕੋਸ਼ਿਸ਼ ਕੀਤੀ, ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਫੂਡ ਚੇਨ ਦੇ ਵਿੱਚ ਆਪਾਂ ਕਹਿੰਦੇ ਆ ਵੀ ਜੇ ਸਹੀ ਨੂੰ ਕੱਢ ਦਈਏ ਤਾਂ ਵੀ ਬਿਮਾਰੀ ਹੈ, ਜੇ ਆਪਾਂ ਸ਼ੇਰ ਨੂੰ ਕੱਢ ਦਈਏ ਤਾਂ ਵੀ ਖਰਾਬ ਹੁੰਦਾ ਸਿਸਟਮ। ਉਦਾਂ ਹੀ ਇੱਕ ਹਿਊਮਨ ਸਰਕਲ ਬਣਿਆ ਹੋਇਆ, ਉਹ ਸਰਕਲ ਚੋਂ ਆਪਾਂ ਜੇ ਕਿਸੇ ਨੂੰ ਵੀ ਕੱਢ ਦਾਂਗੇ ਤਾਂ ਇਹ ਸਰਕਲ ਟੁੱਟ ਜਾਊਗਾ। ਅਸੀਂ ਸਾਡੀ ਸਾਰੇ ਦੀ ਹੋਂਦ ਇੱਕ ਦੂਜੇ ਦੇ ਹੋਣ ਕਰਕੇ ਆ। ਜੇ ਇੱਕ ਬੰਦਾ ਨਿਕਲਦਾ ਤੇ ਉਹਦੇ ਨਾਲ ਪ੍ਰੋਬਲਮ ਜ਼ਰੂਰ ਹੁੰਦੀ। ਸੋ ਉਹ ਸਾਰਿਆਂ ਦੀ ਅਹਿਮੀਅਤ ਸਮਝੀਏ, ਉਂਗਲੀ ਉੱਪਰ ਕਰਨੀ ਜਿਹੜੀ ਹੈ ਕਿਸੇ ਵੱਲ, ਉਹ ਬੰਦ ਕਰੀਏ ਔਰ ਆਪਣੇ ਆਪ ਨੂੰ ਬਚੀਏ ਵੀ ਜਿਹੜੀ ਮੈਂ ਗੱਲ ਕਹੀ ਆ, ਮੈਂ ਉਹ ਧਰਮ ਦੇ ਖਿਲਾਫ ਕਹੀ ਆ ਜਾਂ ਤੁਹਾਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਅਸੀਂ ਇਹ ਕਰ ਸਕਦੇ ਹਾਂ ਤਾਂ ਅਸੀਂ ਮਨੁੱਖਤਾ ਦੀ ਸੇਵਾ ਵੀ ਕਰ ਸਕਦੇ। ਤਾਂ ਵੀਰ, ਜਿਹੜਾ ਇਹ ਗਾਣਾ YouTube ਤੋਂ ਹਟ ਚੁੱਕਿਆ, ਰਣਜੀਤ ਬਾਵਾ ਨੇ ਮਾਫੀ ਵੀ ਮੰਗੀ ਹੈ, ਤੇ ਤੁਹਾਨੂੰ ਕੀ ਲੱਗਦਾ ਫਿਰ, ਮਤਲਬ ਕਿ ਗਾਇਕੀ ਦਾ ਫਿਊਚਰ ਕੀ ਹੈਗਾ? ਕਿ ਇਸ ਤਰ੍ਹਾਂ ਦਾ ਤੁਸੀਂ, ਜਿਹਨੂੰ ਤੁਸੀਂ ਕਹਿ ਰਹੇ ਹੋ ਕੰਟਰੋਵਰਸ਼ੀਅਲ ਨਹੀਂ ਹੈ, ਵਿਵਾਦਤ ਨਹੀਂ ਹੈ, ਜਿਹਦੇ ਤੇ ਕਿਹਾ ਗਿਆ ਵਿਵਾਦਤ ਹੈ, ਤਾਂ ਕੀ ਆਉਣ ਵਾਲੇ ਦਿਨਾਂ ਦੇ ਅੰਦਰ ਇਸ ਤਰ੍ਹਾਂ ਦੇ ਗੀਤ ਲਿਖੋਗੇ ਤੁਸੀਂ, ਇਸ ਤਰ੍ਹਾਂ ਦਾ ਮਤਲਬ ਜੋ ਵੀ ਤੁਹਾਡੇ ਦਿਲ ਦੀਆਂ ਭਾਵਨਾਵਾਂ ਨੇ ਉਜ਼ਾਹਰ ਕਰੋਗੇ? ਜੇ ਤੁਸੀਂ ਗੱਲ ਪੁੱਛਦੇ ਆ ਅਪੋਲੋਜੀ ਬਾਰੇ ਜਾਂ ਕੁਛ, ਤਾਂ ਮੈਂ ਪਹਿਲਾਂ ਵੀ ਆਪਣੀ ਗੱਲ ਤੇ ਖੜਾ ਸੀ, ਹੁਣ ਵੀ ਖੜਾ ਹਾਂ ਜੀ। ਪਰ ਨਾਲ ਦੀ ਨਾਲ ਗੱਲ ਇਹ ਹੈ ਕਿ ਆਉਣ ਵਾਲੇ ਟਾਈਮ 'ਚ ਮੈਂ ਆਪਣਾ ਦਿਲ ਨਹੀਂ ਮਾਰ ਸਕਦਾ, ਜੋ ਹੈਗਾ ਅੰਦਰ ਮੈਂ ਉਹੀ ਲਿਖਦਾ ਰਹੂੰਗਾ। ਹਾਂ, ਮੇ ਵੀ ਮੈਂ ਇੱਕ ਆਈਸੋਲੇਸ਼ਨ 'ਚ ਜਾ ਸਕਦਾ ਹਾਂ, ਮੇ ਵੀ ਮੈਂ ਹੋ ਸਕਦਾ ਵੀ ਆਪਣੇ ਆਪ 'ਚ ਇਕੱਲਾ ਗੁਣਗੁਣਾਉਂਦਾ ਰਹਾਂ, ਪਰ ਉਹ ਮੇਰੇ ਅੰਦਰੋਂ ਮੁੱਕ ਨਹੀਂ ਸਕਦਾ ਹੈਗਾ। ਉਹ ਭਾਵੇਂ ਮੈਂ 4 ਬੰਦਿਆਂ ਦੀ ਸੁਣਾਵਾਂ, ਪਬਲਿਕਲੀ ਹੋ ਸਕਦਾ ਕਿ ਉਹ ਮੈਨੂੰ ਅਸੈਪਟ ਨਾ ਕਰਨ, ਜਾਂ ਪਬਲਿਕਲੀ ਹੋ ਸਕਦਾ ਕਿ ਮੈਨੂੰ ਦੱਬ ਲਿਆ ਜਾਵੇ, ਹਨਾ। ਪਰ ਜਿਹੜੇ 4 ਬੰਦੇ ਮੇਰੇ ਰਾਉਂਡ ਹੋਣਗੇ, ਮੈਂ ਉਹਨਾਂ 'ਚ ਤਾਂ ਗੱਲ ਕਰੂੰਗਾ। ਤੇ ਕੀ ਆਪਣੇ ਦੋਸਤਾਂ, ਮਿੱਤਰਾਂ, ਸਮਰਥਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੋਸਤਾਂ ਮਿੱਤਰਾਂ ਨੂੰ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਦੇਖੋ, ਮੇਰਾ ਮੋਟਿਵ ਸਿਰਫ ਪਿਆਰ ਦਾ ਆ, ਔਰ ਜਿੰਨੇ ਵੀ ਵੀਰ ਸਪੋਰਟ ਕਰ ਰਹੇ ਹੋ, ਪਲੀਜ਼ ਤੁਸੀਂ ਵੀ ਕਿਸੇ ਨਾਲ ਕੋਈ ਕੌੜੇ ਸ਼ਬਦ ਵਰਤ ਕੇ ਮੇਰੀ ਸਪੋਰਟ ਨਾ ਕਰੋ। ਕਿਸੇ ਨੂੰ ਕੁਝ ਬੋਲਣ ਦੀ ਲੋੜ ਨਹੀਂ, ਅਸੀਂ ਆਪਣੇ ਆਪ ਦੀ ਸਪੋਰਟ 'ਚ ਹੀ ਰਹਿਣਾ ਆ। ਤੁਸੀਂ ਮੇਰੇ ਥਾਟ ਨੂੰ ਸਪੋਰਟ ਕੀਤਾ, ਉਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਪਰ ਆਪਾਂ ਕੋਸ਼ਿਸ਼ ਕਰੀਏ ਕਿ ਉਹ ਪਿਆਰ ਦਾ ਜਿਹੜਾ ਮਾਹੌਲ ਆ ਉਹ ਬਣਿਆ ਰਹੇ, ਡਿਬੇਟੇਬਲ ਹੋਵੇ। ਡਿਬੇਟਸ ਜ਼ਰੂਰੀ ਹੈ, ਜਿਹੜਾ ਤਕਰਾਰ ਆ ਉਹ ਸਿੱਧੇ ਤੌਰ ਦਾ ਤਕਰਾਰ ਨਹੀਂ ਚਾਹੀਦਾ ਕਿ ਤੁਸੀਂ ਗਾਲ ਗਲੇਪਾ ਕਰਨਾ ਸ਼ੁਰੂ ਕਰ ਦਿਓ ਜਾਂ ਸਿਰ ਪੜਨ ਦੀਆਂ ਗੱਲਾਂ ਸ਼ੁਰੂ ਕਰ ਦਿਓ। ਉਹੋ ਜੀ ਸਟ੍ਰੈਟਜੀ ਨਹੀਂ ਰੱਖਣੀ ਹੈਗੀ, ਪਿਆਰ ਨਾਲ ਗੱਲ ਕਰਨੀ ਹੈਗੀ ਆ। ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਨੇ ਕੰਟਰੋਵਰਸੀ ਵਾਲੀ ਗੱਲ ਕੀਤੀ ਆ ਉਹਨਾਂ ਨੂੰ ਮੈਂ ਫਿਰ ਬੇਨਤੀ ਕਰਦਾ ਕਿ ਮੈਂ ਜਿੰਨਾ ਬਾਕੀਆਂ ਦਾ ਸਪੋਰਟਰਾਂ ਦਾ, ਉਹ ਤੁਹਾਡਾ ਵੀ ਓਨਾ ਹੀ ਆ। ਫਿਰ ਇੱਕ ਵਾਰੀ ਗਾਣੇ ਨੂੰ ਦੁਬਾਰਾ ਦੇਖੋ, ਮੈਂ ਤੁਹਾਡੇ ਅਗੇਂਸਟ ਨਹੀਂ ਗੱਲ ਕੀਤੀ, ਤੁਹਾਡੇ ਹੱਕ ਦੀ ਗੱਲ ਕੀਤੀ ਆ। ਔਰ ਜੇ ਡਿਬੇਟ ਲਈ ਤੁਸੀਂ ਕਹਿੰਦੇ ਮੈਂ ਡਿਬੇਟ ਲਈ ਰੈਡੀ ਆ, ਪਰ ਡਿਬੇਟੇਬਲ ਬੰਦਾ ਵੀ ਹੋਣਾ ਚਾਹੀਦਾ। ਇਟਸ ਨਾਟ ਲਾਈਕ ਕਿ ਤੁਸੀਂ ਸ਼ੁਰੂ ਹੀ ਜੇ ਗਾਲ ਤੋਂ ਹੁੰਦੇ ਆ ਤਾਂ ਫਿਰ ਉੱਥੇ ਡਿਬੇਟ ਨਹੀਂ ਹੋ ਸਕਦੀ। ਇਸੇ ਕਰਕੇ ਅਸੀਂ ਤੁਹਾਡੇ ਨਾਲ ਚਰਚਾ ਕਰ ਰਹੇ ਹਾਂ, ਦੂਜੇ ਪੱਖ ਨਾਲ ਵੀ ਅਸੀਂ ਕਰਾਂਗੇ। ਇਸੇ ਕਰਕੇ ਇਹ ਹੈ ਕਿ ਤੁਸੀਂ ਗੱਲ ਰੱਖ ਰਹੇ ਹੋ, ਜਦੋਂ ਲੋੜ ਪਈ, ਜਦੋਂ ਤੁਸੀਂ ਕੰਫਰਟੇਬਲ ਹੋਏ, ਤੁਸੀਂ ਆਪਣੀ ਗੱਲ ਕਹਿਣੀ ਸੀ, ਤੁਸੀਂ ਕਹਿ ਚੁੱਕੇ ਹੋ, ਔਰ ਇਹਦੇ ਜਵਾਬ ਲਏ ਜਾ ਸਕਦੇ ਹੋ ਉਹਨਾਂ ਤੋਂ ਕਿ ਤੁਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੋ, ਤੁਸੀਂ ਕਿਸੇ ਦੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ, ਤੁਹਾਡਾ ਇੱਕ ਵਿਚਾਰ ਆ, ਤੁਸੀਂ ਉਹ ਕਿਹਾ ਹੈਗਾ। ਇਸ ਕਰਕੇ ਇਹ ਗੱਲ ਦੇ ਉੱਤੇ ਇੰਨਾ ਜ਼ਿਆਦਾ ਹੰਗਾਮਾ ਹੋਣਾ ਜਿਹੜਾ ਉਹ ਆਪਣੇ ਆਪ ਦੇ ਅੰਦਰ ਇਹ ਸੀਗਾ ਕਿ ਪੰਜਾਬ 'ਚ ਬਹੁਤ ਜ਼ਿਆਦਾ ਚਰਚਾ ਹੋਈ ਇਸ ਗੱਲ ਦੀ। ਵੀਰ ਜੀ ਵੀਰ, ਸਿੱਧੇ ਤੌਰ ਤੇ ਮੈਂ ਬਹੁਤੇ ਧਾਰਮਿਕ ਚਿੰਨ੍ਹ ਜਿਹੜੇ ਉਹ ਯੂਜ਼ ਕਰਨ ਤੋਂ ਗਰੇਜ਼ ਹੀ ਕੀਤਾ ਹੈ। ਜਿੱਦਾਂ ਜੇ ਮੈਂ ਦੁੱਧ ਦੀ ਗੱਲ ਕੀਤੀ ਹੈ ਤਾਂ ਮੈਂ ਜ਼ਿਆਦਾਤਰ ਲੋਕਾਂ ਨੇ ਸ਼ਿਵ ਜੀ ਨਾਲ ਉਹਨੂੰ ਅਟੈਚ ਕਰ ਲਿਆ, ਪਰ ਮੈਂ ਉੱਥੇ ਮੈਂਸ਼ਨ ਨਹੀਂ ਕੀਤਾ। ਮੈਂ ਇਹ ਵੀ ਨਹੀਂ ਕਿਹਾ ਕਿ ਤੁਹਾਡੀ ਸਪਿਰਿਚੁਅਲ ਐਕਟੀਵਿਟੀ ਗਲਤ ਹੈ ਜਾਂ ਮੈਂ ਉਹਦਾ ਬਾਈਕਾਟ ਕਰਦਾ, ਮੈਂ ਕੋਈ ਵੀ ਏਦਾਂ ਦੀ ਗੱਲ ਨਹੀਂ। ਮੇਰਾ ਕਹਿਣ ਦਾ ਭਾਵ ਸਿਰਫ ਆ ਕਿ ਜੇ ਅਸੀਂ ਇੰਨੇ ਇਮੋਸ਼ਨਲ ਆ ਕਿ ਅਸੀਂ ਪੱਥਰ ਨਾਲ ਵੀ ਦਿਲ ਜੋੜ ਸਕਦੇ ਹਾਂ। ਇੱਕ ਪੱਥਰ ਦੀ ਮੂਰਤੀ ਵੀ ਰੱਬ ਬਣਾ ਦਿੰਦੇ ਆ ਜੋੜ ਕੇ, ਬੰਦਿਆਂ ਨਾਲ ਵੀ ਜੋੜ ਸਕਦੇ ਹੈਗੇ ਅਸੀਂ। ਮੇਰਾ ਸਿਰਫ ਇੰਨਾ ਇਹਦੇ ਉੱਪਰ ਹੀ ਸਾਰਾ ਗੀਤ ਆਧਾਰਿਤ ਆ
ਕਿ ਬੰਦਿਆਂ ਨੂੰ ਰਜਾ ਕੇ ਰੱਬਾਂ ਕੋਲੋਂ ਤਾਂ ਅਸੀਂ ਆਪ ਲੈਨੇ ਆ, ਉਹਨਾਂ ਨੂੰ ਕਿੱਥੋਂ ਰਜਾ ਲਾਂਗੇ। ਤਾਂ ਬੰਦੇ ਰੱਜ ਜਾਣਗੇ ਤਾਂ ਉਹ ਵੀ ਰੱਜ ਜਾਊਗਾ, ਉਹ ਹਾਰਮਨੀ ਆਪਣੇ ਆਪ ਮੇਨਟੇਨ। ਮੇਰਾ ਸਿਰਫ ਇੰਨਾ ਕੁ ਫਲਸਫਾ ਹੈ। ਬਿਲਕੁਲ ਵੀਰ, ਤੁਹਾਡਾ ਬਹੁਤ ਧੰਨਵਾਦ। ਔਰ ਜ਼ਰੂਰੀ ਸੀ ਕਿ ਤੁਹਾਡਾ ਪੱਖ ਲੋਕਾਂ ਸਾਹਮਣੇ ਆਵੇ। ਤੁਸੀਂ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇਹ ਸਨ ਵੀਰ ਸਿੰਘ, ਜਿਨ੍ਹਾਂ ਨੇ ਕਿਹਾ ਕਿ ਮੇਰੀ ਕਿਸੇ ਵੀ ਧਰਮ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਮੈਂ ਆਪਣੇ ਵਿਚਾਰ ਪ੍ਰਗਟਾਉਣਾ ਚਾਹੁੰਦਾ, ਨਾ ਕਿਸੇ ਖਿਲਾਫ ਕੋਈ ਨਫ਼ਰਤ ਆ, ਨਾ ਕਿਸੇ ਖਿਲਾਫ ਕੋਈ ਪ੍ਰਚਾਰ ਆ। ਜੋ ਮੈਨੂੰ ਲੱਗਿਆ ਕਿ ਕਿਵੇਂ ਜੋੜਿਆ ਜਾ ਸਕਦਾ, ਹੋਰ ਕਿਵੇਂ ਕਲਾ ਦੇ ਜ਼ਰੀਏ ਸਮਾਜ ਨੂੰ ਜੋੜਿਆ ਜਾ ਸਕਦਾ ਹੈ, ਉਸ ਦੀ ਮੈਂ ਕੋਸ਼ਿਸ਼ ਕੀਤੀ। ਉਹਨਾਂ ਦਾ ਕਹਿਣਾ ਕਿ ਪਬਲਿਕ ਪ੍ਰੈਸ਼ਰ ਨਾਲ ਮੇਰੀ ਗੱਲ ਨੂੰ ਦਬਾਇਆ ਨਹੀਂ ਜਾ ਸਕਦਾ, ਮੈਂ ਆਪਣੀ ਗੱਲ ਆਪਣੇ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ 'ਚ ਵੀ ਕਰਦਾ ਰਹਾਂਗਾ। ਇੱਕ ਰਣਜੀਤ ਬਾਵਾ ਦੇ ਗਾਣੇ ਤੇ ਚਰਚਾ ਹੋ ਰਹੀ ਹੈ। ਇਹ ਗਾਣਾ ਲਿਖਿਆ ਵੀਰ ਸਿੰਘ ਨੇ। ਜਿਵੇਂ ਤੁਸੀਂ ਦੇਖਿਆ, ਅਸੀਂ ਵੀਰ ਸਿੰਘ ਨਾਲ ਗੱਲਬਾਤ ਕੀਤੀ। ਬੀਜੇਪੀ ਨੂੰ ਇਹਦੇ ਤੇ ਇਤਰਾਜ਼ ਆ ਜਾਂ ਕੁਝ ਹੋਰ ਹਿੰਦੂ ਜਥੇਬੰਦੀਆਂ ਨੂੰ ਇਹਦੇ ਤੇ ਇਤਰਾਜ਼ ਆ। ਬੀਜੇਪੀ ਤੇ ਸੈਕਟਰੀ ਜਨਰਲ ਸੁਭਾਸ਼ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ। ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਕੀ ਇਤਰਾਜ਼ ਨੇ। ਵੀਰ ਸਿੰਘ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਗਊ ਮੂਤਰ ਤੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਕਿਸੇ ਵੀ ਚੀਜ਼ ਤੋਂ ਸਾਰੇ ਧਰਮਾਂ ਦੀ ਉਹ ਰਿਸਪੈਕਟ ਕਰਦੇ ਨੇ, ਹਿੰਦੂ ਧਰਮ ਦੀ, ਇਸਲਾਮ ਦੀ, ਸਿੱਖੀਜ਼ਮ ਦੀ, ਕ੍ਰਿਸਚੈਨਿਟੀ ਦੀ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਹ ਤਾਂ ਗੱਲ ਇਤਰਾਜ਼ ਦੀ ਹੈ, ਸਿਰਫ ਕੋਈ ਬੀਜੇਪੀ ਨੂੰ ਜਾਂ ਹਿੰਦੂ ਜਥੇਬੰਦੀਆਂ ਨੂੰ ਨਹੀਂ ਹੈ। ਪੰਜਾਬ ਦੇ ਅੰਦਰ, ਦੇਸ਼ ਦੇ ਅੰਦਰ ਬਹੁਤ ਬੜਾ ਵਰਗ ਹੈ ਜਿਨ੍ਹਾਂ ਨੂੰ ਗਲਤੀ ਇਤਰਾਜ਼ ਹੈ। ਜੀ ਦੇਖੋ, ਦੁਨੀਆ ਦੇ ਅੰਦਰ ਚਾਹੇ ਉਹ ਕਿਸੇ ਵੀ ਕੋਨੇ 'ਚ ਮਨੁੱਖ ਰਹਿੰਦਾ ਹੈ, ਸਭ ਦੀਆਂ ਆਪਣੀਆਂ ਆਸਥਾਵਾਂ ਨੇ। ਜੀ ਜੀ। ਔਰ ਉਹ ਆਸਥਾਵਾਂ ਸੈਂਕੜੇ ਨਹੀਂ ਹਜ਼ਾਰਾਂ ਤਰੀਕਿਆਂ ਨਾਲ ਪ੍ਰਗਟ ਹੁੰਦੀਆਂ। ਜੀ ਜੀ। ਕਿਸੇ ਦੀ ਮਤ ਹੈ, ਪੰਥ, ਧਰਮ, ਮਹਾਪੁਰਸ਼ਾਂ ਦੀਆਂ ਆਸਥਾਵਾਂ ਨੇ। ਔਰ ਸਾਡਾ ਦੇਸ਼ ਤੇ ਕਿਉਂਕਿ ਬਹੁਤ ਹੀ ਧਾਰਮਿਕ ਔਰ ਅਧਿਆਤਮਿਕ ਦੇਸ਼ ਹੈ, ਔਰ ਹਿੰਦੁਸਤਾਨ ਨੂੰ ਦੁਨੀਆ ਅਧਿਆਤਮ ਦਾ ਕੇਂਦਰ ਮੰਨਦੀ ਹੈ, ਸਪਿਰਿਚੁਅਲਿਟੀ ਦਾ। ਜੀ ਜੀ। ਇੱਥੇ ਇੰਨੀ ਤਰ੍ਹਾਂ ਦੇ ਮਤ ਪੰਥ ਨੇ। ਸਾਡੇ ਤਾਂ ਇੱਥੇ ਕਹਿੰਦੇ ਨੇ ਹਰ ਪਿੰਡ ਦਾ ਆਪਣਾ ਇੱਕ ਦੇਵਤਾ ਹੈ, ਗ੍ਰਾਮ ਦੇਵਤਾ ਸਾਡੇ ਇੱਥੇ ਰਹੇ ਨੇ। ਸੋ ਸਾਡੇ ਇੱਥੇ ਇੱਕ ਅੱਛੀ ਗੱਲ ਵੀ ਰਹੀ ਹੈ ਕਿ ਭਲੇ ਕਿਸੇ ਦੂਸਰੇ ਦੀ ਆਸਥਾ 'ਚ ਆਪਣੀ ਆਸਥਾ ਨਾ ਰੱਖਦੇ ਹੋਈਏ, ਕਿਉਂਕਿ ਬਹੁਤ ਸਾਰੀਆਂ ਆਸਥਾਵਾਂ ਇੱਕ ਦੂਜੇ ਨਾਲ ਨਹੀਂ ਮਿਲਦੀਆਂ। ਕਿ ਸਾਨੂੰ ਹੋ ਸਕਦਾ ਉਹ ਅੱਛਾ ਨਾ ਲੱਗਦਾ ਹੋਵੇ ਜਾਂ ਸਾਡੇ, ਲੇਕਿਨ ਸਾਡੇ ਦੇਸ਼ ਦੀ ਇੱਕ ਸੰਸਕ੍ਰਿਤੀ ਰਹੀ ਹੈ ਕਿ ਅਸੀਂ ਹਮੇਸ਼ਾ ਦੂਸਰੇ ਦੀ ਆਸਥਾ ਨੂੰ ਸਨਮਾਨ ਦਿੱਤਾ ਹੈ। ਅਸੀਂ ਸਭ ਲੋਕ ਸ਼ਿਵਾਜੀ ਵੀਰ ਸਿੰਘ ਜਿਨ੍ਹਾਂ ਨੇ ਗਾਣਾ ਲਿਖਿਆ ਮਾਝੇ ਤੋਂ ਹੀ ਨੇ, ਉਹਨਾਂ ਨੇ ਇਹ ਕਿਹਾ ਕਿ ਮੈਂ ਬਿਲਕੁਲ ਵੀ, ਮੈਂ ਤਾਂ ਸ਼ੁੱਧ ਹੀ ਕਿਹਾ, ਗਊ ਮੂਤਰ ਨੂੰ ਵੀ ਸ਼ੁੱਧ ਕਿਹਾ, ਮੇਰਾ ਕੋਈ ਇਤਰਾਜ਼ ਨਹੀਂ। ਕੋਈ ਅਗਰ ਪੀਂਦਾ ਹੈ, ਜਿਵੇਂ ਤੁਸੀਂ ਕਹਿੰਦੇ ਹੋ ਆਸਥਾ ਵੱਖ-ਵੱਖ ਲੋਕਾਂ ਦੀ, ਉਹ ਕਹਿੰਦੇ ਮੈਂ ਨਹੀਂ ਪੀਂਦਾ, ਮੈਂ ਨਹੀਂ ਕਰਦਾ, ਇੱਕ ਅਲੱਗ ਗੱਲ ਹੈ। ਜੇ ਕੋਈ ਪੀਂਦਾ ਗਊ ਮੂਤਰ ਜਾਂ ਕੋਈ ਵੀ ਕੁਝ ਕਰ ਰਿਹਾ, ਉਹਦੀ ਆਸਥਾ, ਉਹ ਆਪਣੀ ਆਸਥਾ ਨੂੰ ਮੰਨੇ, ਮੇਰਾ ਉਹਦੇ ਨਾਲ ਕੋਈ ਇਤਰਾਜ਼ ਨਹੀਂ ਹੈ। ਤੇ ਨਾ ਹੀ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕਹੀ ਹੈ। ਇਹਨੂੰ ਜਾਣਬੁੱਝ ਕੇ ਗੜਬੜ ਕੀਤੀ ਗਈ ਹੈ। ਨਹੀਂ, ਦੇਖੋ ਐਸਾ ਹੈ ਯਾਦਵਿੰਦਰ ਜੀ, ਕੋਈ ਇੱਕ ਲੋਕ 10 ਲੋਕ 50 ਲੋਕਾਂ ਨੂੰ ਗਲਤਫਹਿਮੀ ਹੋ ਸਕਦੀ ਹੈ, ਲੇਕਿਨ ਜੇ ਸੁਣਨ ਤੋਂ ਬਾਅਦ ਆਪਣੇ ਆਪ ਸੋਸ਼ਲ ਮੀਡੀਆ ਤੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਲੋਕਾਂ ਨੇ ਵਿਰੋਧ ਪ੍ਰਗਟ ਕੀਤਾ ਹੈ, ਇਹਦਾ ਮਤਲਬ ਲੋਕਾਂ ਦੀ ਆਸਥਾ ਠੇਸ ਤਾਂ ਪਹੁੰਚੀ ਹੈ। ਬਿਲਕੁਲ ਉਹਨਾਂ ਦੇ ਗਾਣਾ ਜਿਹੜਾ ਹੈ ਉਹ ਬਹੁਤ ਓਫੈਂਸਿਵ ਹੈ। ਮੈਂ ਆਪ ਉਹਦੇ ਬੋਲ ਪੜ੍ਹੇ ਨੇ ਔਰ ਬਾਕੀ ਲੋਕ ਵੀ ਸੋਸ਼ਲ ਮੀਡੀਆ ਤੇ ਪਾ ਰਹੇ ਨੇ, ਸਭ ਨੇ ਪੜ੍ਹੇ ਨੇ, ਤਾਂ ਹੀ ਲੋਕਾਂ ਨੂੰ ਇਹ ਲੱਗਿਆ। ਸੋ ਮੈਨੂੰ ਲੱਗਦਾ ਹੈ ਕਿ ਰਣਜੀਤ ਬਾਵਾ ਨੇ ਇੱਕ ਅੱਛੀ ਸ਼ੁਰੂਆਤ ਕੀਤੀ ਹੈ ਕਿ ਉਹਨਾਂ ਨੇ ਮਾਫੀ ਮੰਗੀ ਹੈ। ਦੇਖੋ ਯਾਦਵਿੰਦਰ ਜੀ, ਮੇਰਾ ਇਹ ਕਹਿਣਾ ਹੈ ਕਿ ਅਗਰ ਤੁਹਾਡੀ ਗੱਲ ਨਾਲ, ਮੈਂ ਤੁਹਾਡੀ ਨੀਅਤ ਨਹੀਂ ਕਰ ਰਿਹਾ, ਅਗਰ ਤੁਹਾਡੀ ਗੱਲ ਨਾਲ ਸਮਾਜਿਕ ਸਦਭਾਵਨਾ ਨੂੰ ਠੇਸ ਪਹੁੰਚਦੀ ਹੈ, ਅਗਰ ਤੁਹਾਡੇ ਕਿਸੇ ਕਰਤੱਵ ਨਾਲ, ਤੁਹਾਡੇ ਕਿਸੇ ਗੀਤ ਨਾਲ, ਜਾਂ ਤੁਸੀਂ ਪੱਤਰਕਾਰ ਹੋ, ਤੁਹਾਡੀ ਕਿਸੇ ਖਬਰ ਨਾਲ ਅਗਰ ਸਮਾਜ ਦੇ ਭਾਈਚਾਰੇ ਨੂੰ ਕੋਈ ਠੇਸ ਪਹੁੰਚਦੀ ਹੈ, ਤੇ ਕੋਈ ਹਰਜ ਨਹੀਂ ਹੁੰਦਾ ਵਿਡਰਾ ਕਰ ਲੈਣ, ਕੋਈ ਹਰਜ ਨਹੀਂ ਹੁੰਦਾ ਉਸ ਤੋਂ ਮਾਫੀ ਮੰਗ ਲੈਣ। ਤਾਂ ਲੋਕ ਕਹਿ ਰਹੇ ਕਿ ਜਿਵੇਂ FIR ਵਾਲੀ ਗੱਲ ਆ, ਜਾਂ ਮਤਲਬ ਸਟੇਟ ਦੇ ਅਥਾਰਟੇਰੀਅਨ ਹੋਣ ਵਾਲੀ ਗੱਲ ਆ, ਜਿਹੜੀ ਉਹ ਥੋੜਾ ਜਿਹਾ ਕਨਸਟੀਟਿਊਸ਼ਨ ਦੀ ਦੁਨੀਆ ਦਾ ਵਧੀਆ ਲੋਕਤੰਤਰ ਉਹਨੂੰ ਕਿਹਾ ਜਾਂਦਾ ਕਿ ਜਿਹੜਾ ਆਪਣੇ ਕਿਸੇ ਵੀ ਨਾਗਰਿਕ ਨੂੰ, ਚਾਹੇ ਉਹ ਬੀਜੇਪੀ ਆ, ਕਾਂਗਰਸ ਆ, ਅਕਾਲੀ ਆ, ਲੈਫਟ ਆ, ਰਾਈਟ ਆ, ਕਿਸੇ ਵੀ ਧਰਮ ਦਾ, ਇੱਕ ਵਿਚਾਰਾਂ ਦੀ ਬੋਲਣ ਦੀ ਆਜ਼ਾਦੀ ਹੋਵੇ, ਲੋਕਤੰਤਰ 'ਚ ਮੰਨਿਆ ਜਾਂਦਾ। ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਯਾਦਵਿੰਦਰ ਜੀ, ਲੇਕਿਨ ਮੈਂ ਤੁਹਾਨੂੰ ਜ਼ਰੂਰ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਇਸੇ ਹੀ ਆਰਟੀਕਲ ਦੇ ਅੰਦਰ ਰਾਈਡਰ ਵੀ ਲਗਾਏ ਗਏ ਨੇ। ਬਿਲਕੁਲ, ਤੁਹਾਡੇ ਫਰੀडम ਐਕਸਪ੍ਰੈਸ਼ਨ ਦੇ ਨਾਲ ਕਮਿਊਨਲ ਹਾਰਮੋਨੀ ਡਿਸਟਰਬ ਨਹੀਂ ਹੋਣੀ ਚਾਹੀਦੀ। ਬਿਲਕੁਲ, ਤੁਹਾਡੇ ਫਰੀडम ਐਕਸਪ੍ਰੈਸ਼ਨ ਦੇ ਨਾਲ ਕਿਸੇ ਦੇ ਸੈਂਟੀਮੈਂਟਸ ਹਰਟ ਨਹੀਂ ਹੋਣੇ ਚਾਹੀਦੇ। ਦੇਖੋ, ਤੁਹਾਡੀ ਬੋਲਣ ਦੀ ਆਜ਼ਾਦੀ ਮੇਰੀ ਨਿੱਜਤਾ ਤੇ ਨਹੀਂ ਹੋ ਸਕਦੀ ਹੈ, ਤੁਹਾਡੀ ਬੋਲਣ ਦੀ ਆਜ਼ਾਦੀ ਮੈਨੂੰ ਗਾਲ ਕੱਢਣ ਦਾ ਨਹੀਂ ਹੋ ਸਕਦੀ ਹੈ। ਬਿਲਕੁਲ, ਬਿਲਕੁਲ ਗਲਤ ਆਜ਼ਾਦੀ ਵੀ ਕਹਿੰਦੇ ਉਹ ਨਹੀਂ ਹੋਣੀ ਚਾਹੀਦੀ। ਬਿਲਕੁਲ, ਔਰ ਜਿਹੜੀ ਕਾਨੂੰਨੀ ਕਾਰਵਾਈ ਤੁਸੀਂ ਗੱਲ ਹੈ, ਉਸੇ ਹੀ ਸੰਵਿਧਾਨ ਨੇ ਮੈਨੂੰ ਵੀ ਅਧਿਕਾਰ ਦਿੱਤਾ ਹੈ ਕਿ ਜੇ ਕੋਈ ਮੇਰੀ ਆਸਥਾ ਨੂੰ ਠੇਸ ਪਹੁੰਚਾਉਂਦਾ ਹੈ ਤੇ ਮੈਂ ਸੰਵਿਧਾਨ ਦੇ ਅੰਦਰ ਪ੍ਰੋਵੀਜ਼ਨ ਹੈ, ਸਾਡੇ ਕ੍ਰਿਮੀਨਲ ਐਕਟ ਦੇ ਅੰਦਰ ਪ੍ਰੋਵੀਜ਼ਨ ਹੈ, ਉਹਦੇ ਖਿਲਾਫ ਜਾ ਕਰਕੇ ਕੇਸ ਦਰਜ ਕਰਾ ਸਕਦਾ ਹਾਂ। ਇਹਦਾ ਨਿਰਣੇ ਕੋਰਟ ਨੇ,
ਕਿ ਉਹ ਬੰਦਾ ਦੋਸ਼ੀ ਹੈ ਜਾਂ ਨਹੀਂ ਹੈ, ਲੇਕਿਨ ਜੇ ਸੰਵਿਧਾਨ ਤੁਹਾਨੂੰ ਬੋਲਣ ਦੀ ਆਜ਼ਾਦੀ ਦਿੰਦਾ ਹੈ ਤੇ ਉਹੀ ਸੰਵਿਧਾਨ ਮੈਨੂੰ ਵੀ ਆਜ਼ਾਦੀ ਦਿੰਦਾ ਹੈ ਕਿ ਮੈਂ ਆਪਣੀ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਖਿਲਾਫ ਤੁਹਾਡੇ ਖਿਲਾਫ ਜਾ ਕੇ ਕੇਸ ਦਰਜ ਕਰਾਵਾਂ। ਹਾਂ, ਮੈਂ ਸੰਵਿਧਾਨ ਤੋਂ ਬਾਹਰ ਜਾ ਕੇ ਤੁਹਾਨੂੰ ਧਮਕੀ ਦੇਵਾਂ, ਗਲਤ ਹੈ। ਮੈਂ ਸੰਵਿਧਾਨ ਤੋਂ ਬਾਹਰ ਜਾ ਕੇ ਤੁਹਾਨੂੰ ਖੁਦ ਕੋਈ ਸਜ਼ਾ ਦੇਣ ਦੀ ਕੋਸ਼ਿਸ਼ ਕਰਾਂ, ਗਲਤ ਹੈ। ਲੇਕਿਨ ਸੰਵਿਧਾਨ ਮੈਨੂੰ ਇੰਨਾ ਅਧਿਕਾਰ ਦਿੰਦਾ ਨਾ, ਮੈਂ ਕਾਨੂੰਨੀ ਕਾਰਵਾਈ ਅਪਣਾਵਾਂ। ਬਿਲਕੁਲ ਕਾਰਵਾਈ ਅਪਣਾਉਣਾ, ਕੇਸ ਦਰਜ ਕਰਨਾ, ਇਹ ਮੇਰੇ ਲਈ ਮੇਰਾ ਸੰਵਿਧਾਨਿਕ ਅਧਿਕਾਰ ਹੈ, ਇਹ ਮੈਨੂੰ ਸੰਵਿਧਾਨ ਨੇ ਦਿੱਤਾ ਹੈ। ਗਊ ਦੀ ਗੱਲ ਤੁਸੀਂ ਦੱਸੋ, ਉਸ ਕੰਟੈਕਸਟ ਨੂੰ ਦੇਣਾ ਕੀ ਜ਼ਰੂਰੀ ਹੈ? ਮੈਂ ਤੁਹਾਨੂੰ ਇੱਕ ਗੱਲ ਯਾਦਵਿੰਦਰ ਜੀ, ਤੁਹਾਡੇ ਮਾਧਿਅਮ ਨਾਲ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਮੈਂ ਤਾਂ ਸ਼ੁੱਧ ਹੀ ਕਿਹਾ, ਉਹਨਾਂ ਦਾ ਇਹ ਕਹਿਣਾ ਕਿ ਮੈਂ ਕਹਿੰਦਾ ਕਿ ਗਰੀਬ ਨੂੰ ਵੀ ਉਹਨਾਂ ਪਿਆਰ ਕਰੋ, ਬੰਦਿਆਂ ਨੂੰ ਵੀ ਉਹਨਾਂ ਪਿਆਰ ਕਰੋ ਜਿੰਨਾ ਨਹੀਂ ਕਰਨ ਲਈ। ਉਹ ਨਹੀਂ, ਮੇਰਾ ਇਹ ਕਹਿਣਾ ਹੈ ਇਹ ਸੰਦੇਸ਼ ਨੂੰ ਦੇਣ ਲਈ ਦੂਜਿਆਂ ਦੀ ਆਸਥਾਵਾਂ ਤੇ ਕਟਾਕਸ਼ ਕਰਨਾ ਕਿਉਂ ਜ਼ਰੂਰੀ ਹੈ? ਉਹਨੂੰ ਉਸ ਤਰ੍ਹਾਂ ਨਾਲ ਉਹਦੇ ਲੈ ਕੇ ਆਣਾ ਕਿਉਂ ਜ਼ਰੂਰੀ? ਤੁਸੀਂ ਇਹ ਗੱਲ ਇੱਕ ਤਰ੍ਹਾਂ ਨਾਲ ਉਹਨੂੰ ਕਹਿ ਰਹੇ ਹੋ ਕਿ ਤੇਰਾ ਆਹ ਵਾਲਾ ਕੰਮ ਤੇ ਬੜਾ ਡੀ ਗ੍ਰੇਡ ਵਾਲਾ ਹੈ ਔਰ ਦੂਜਾ ਕੰਮ, ਦੇਖੋ ਮੇਰਾ ਇਹ ਕਹਿਣਾ, ਔਰ ਸਾਰੇ ਲੋਕ ਐਸੇ ਹੀ ਕਰਦੇ ਆ ਕਿਆ? ਅੱਜ ਦੇਸ਼ ਦੇ ਅੰਦਰ ਜੋ ਜਾਤੀ ਦੀ ਸਮੱਸਿਆ, ਅੱਜ ਦੀ ਗੱਲ ਮੰਨ ਲਓ, ਇੱਕ ਗੱਲ ਤਾਂ ਮੈਂ ਲਵਾਂ, ਉਹ ਸਾਡੇ ਸਮਾਜ ਦੀ ਸਮੱਸਿਆ ਹੈ, ਉਹ ਸਾਰੇ ਮਤਾਂ ਪੰਥਾਂ ਚ ਹੈ ਔਰ ਉਹ ਬੜੀ ਗਲਤ ਸਮੱਸਿਆ, ਉਹਨੂੰ ਠੀਕ ਕਰਨਾ ਚਾਹੀਦਾ। ਲਗਾਤਾਰ ਤੁਹਾਨੂੰ ਦੱਸਿਆ ਹਜ਼ਾਰਾਂ ਸਾਲਾਂ ਤੋਂ ਸਾਡੇ ਮਹਾਪੁਰਸ਼ ਨੂੰ ਦੂਰ ਕਰਨ ਲਈ ਸਮੇਂ-ਸਮੇਂ ਤੇ ਅੰਦੋਲਨ ਕਰਦੇ ਆਏ ਨੇ, ਲੇਕਿਨ ਤੁਸੀਂ ਇੱਕ ਵਿਅਕਤੀ ਨੂੰ ਕਹਿ ਦਿਓ ਕਿ ਬਈ ਤੂੰ ਇਹ ਕਰਦਾ ਹੈ, ਇਹਦਾ ਮਤਲਬ ਇਹ ਥੋੜਾ ਕਿ ਉਹ ਉਸ ਗੱਲ ਨੂੰ ਮੰਨਦਾ ਹੋਏਗਾ। ਸਾਰੇ ਲੋਕ ਇੱਕ ਜੈਸੇ ਨਹੀਂ ਹੈ, ਸਾਰੇ ਲੋਕ ਉਸ ਨੂੰ ਨਹੀਂ, ਹਾਂ, ਸਾਰੇ ਧਰਮਾਂ ਚੰਗੇ ਲੋਕ ਵੀ ਨੇ, ਮਾੜੇ ਵੀ ਹੁੰਦੇ ਨੇ ਹਰ ਥਾਂ ਦੇ ਉੱਤੇ। ਇਸ ਕਰਕੇ ਇਹ ਸਮਾਜਿਕ ਸਮੱਸਿਆ ਹੈ। ਤੁਹਾਨੂੰ ਮੈਂ ਗੱਲ ਯਾਦ ਜੀ, ਦੇਖੋ ਸਾਡੇ ਪਿੰਡਾਂ ਜਾ ਕੇ ਅਲੱਗ ਸ਼ਮਸ਼ਾਨ ਘਾਟ ਬਣੇ ਹੋਏ ਨੇ, ਹੁਣ ਜਿੰਨਾ ਲੋਕ ਸ਼ਮਸ਼ਾਨ ਘਾਟ ਬਣਾਏ, ਹੋ ਸਕਦਾ ਹੈ ਉਹ ਨਾ ਤੇ ਪੱਥਰ ਤੇ ਦੁੱਧ ਪਾਉਂਦੇ ਹੋਣਗੇ ਤੇ ਗਾਣੇ 'ਚ ਵੀ ਜ਼ਿਕਰ ਹੈ ਕਿ ਗੋਤਾਂ ਦੇ ਨਾਂ ਤੇ ਗੁਰਦੁਆਰੇ ਬਣ ਗਏ, ਗਾਣੇ 'ਚ ਜ਼ਿਕਰ ਹੈ ਕਿ ਗੋਤਾਂ ਦੇ ਨਾਂ ਤੇ ਗੁਰਦੁਆਰੇ ਬਣ ਗਏ, ਔਰ ਆਪਾਂ ਨੂੰ ਪਤਾ ਪਿੰਡਾਂ 'ਚ ਉਸੇ ਗੱਲ ਤੇ ਆ ਰਿਹਾ, ਅਲੱਗ ਸ਼ਮਸ਼ਾਨ ਘਾਟ, ਹਲਕਾਂ ਦਾ ਅਲੱਗ ਆ, ਜੱਟਾਂ ਦਾ ਅਲੱਗ ਆ। ਮੈਂ ਉਹੀ ਕਹਿ ਰਿਹਾ ਤੁਸੀਂ ਜਿੰਨਾ ਚੀਜ਼ਾਂ ਨੂੰ ਜਿਹੜੇ ਸੰਦੇਸ਼ ਨੂੰ ਦੇਣਾ ਚਾਹੁੰਦੇ ਹੋ, ਜ਼ਰੂਰੀ ਨਹੀਂ ਹੈ ਸੰਦੇਸ਼ ਨੂੰ ਦੇਣ ਲਈ ਤੁਸੀਂ ਆਸਥਾਵਾਂ ਔਰ ਧਾਰਮਿਕ ਪਰੰਪਰਾਵਾਂ ਤੇ ਹਮਲਾ ਕਰੋ, ਇਹ ਕੋਈ ਜ਼ਰੂਰੀ ਨਹੀਂ ਹੈ। ਦੋਨਾਂ ਗੱਲਾਂ ਦਾ ਆਪਸ ਚ ਕੋਈ ਮੇਲ ਹੀ ਨਹੀਂ ਹੈ। ਕਿੱਥੇ ਗਊਮੂਤਰ ਦੀ ਗੱਲ ਔਰ ਕਿੱਥੇ ਜਾਤੀਵਾਦ ਦੀ ਗੱਲ? ਪੂਰੀ ਦੁਨੀਆ ਅੱਜ ਗਊਮੂਤਰ ਤੇ ਰਿਸਰਚ ਹੋ ਕਰਕੇ ਔਰ ਦਵਾਈਆਂ 'ਚ ਇਸਤੇਮਾਲ ਹੋ ਰਹੀ ਹੈ। ਉਹਨਾਂ ਲੋਕਾਂ ਨੂੰ ਤੇ ਨਾ ਇਹ ਪਤਾ ਹੈ ਕਿ ਸਾਡੀ ਕੋਈ ਆਸਥਾ ਹੈ, ਨਾ ਉਹਨਾਂ ਨੂੰ ਇਹ ਪਤਾ ਹੈ ਕਿ ਸਾਡੀ ਕੋਈ ਸਮਾਜਿਕ ਸਮੱਸਿਆਵਾਂ ਨੇ। ਇਸ ਕਰਕੇ ਜਿਹੜਾ ਕੰਟੈਕਸਟ ਬਣਾਇਆ ਗਿਆ ਨਾ, ਉਹ ਉਸ ਕੰਟੈਕਸਟ 'ਚ ਲੋਕਾਂ ਨੂੰ ਉਸ ਮਨਸ਼ਾ ਦੇ ਉੱਤੇ ਇਤਰਾਜ਼ ਹੈ ਕਿ ਤੁਸੀਂ ਕੰਟੈਕਸਟ ਤੋਂ ਚੀਜ਼ਾਂ ਜੋੜ ਲਈਆਂ, ਕੋਈ ਜ਼ਰੂਰਤ ਨਹੀਂ ਸੀ। ਸੰਦੇਸ਼ ਨੂੰ ਦੇਣ ਲਈ ਇਹਨਾਂ ਸਭ ਚੀਜ਼ਾਂ ਤੇ ਆਸਥਾਵਾਂ ਤੇ ਹਮਲਾ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਇਹ ਜਾਣ ਹੁਣ ਕੁਝ ਲੋਕਾਂ ਬਾਰੇ ਸਮਾਜਿਕ ਸਦਭਾਵਨਾ ਤਾਂ ਨਿਕਲ ਕਹਿ ਰਿਹਾ, ਉਹਨਾਂ ਨੇ ਕਿਹਾ, ਤੁਹਾਨੂੰ ਪਤਾ ਇੱਕ ਚੱਕਰਪਾਣੀ ਮਹਾਰਾਜ ਨੇ, ਉਹਨਾਂ ਨੇ ਕਿਹਾ ਕਰੋਨਾ ਗਊਮੂਤਰ ਨਾਲ ਠੀਕ ਹੋ ਜੂ, ਬਾਅਦ ਚੋਂ ਬਹੁਤ ਸਾਰੇ ਵੱਡੇ ਮੈਡੀਕਲ ਡਾਕਟਰਾਂ ਨੇ ਕਿਹਾ ਗਲਤ ਆ, ਇਹ ਪੰਗਾ ਨਾ ਲਓ, ਉਹ ਪਾਰਟੀਆਂ ਕਰਨ ਲੱਗੇ ਸੀ। ਤਾਂ ਇਹੋ ਜਿਹੇ ਲੋਕ ਵੀ ਹੁੰਦੇ ਨੇ, ਮੈਂ ਸਭ ਤਰ੍ਹਾਂ ਦੇ ਲੋਕ ਹੈ, ਲੇਕਿਨ ਤੁਸੀਂ ਜਨਰਲਾਈਜ਼ ਕਰਨ ਲੱਗੇ ਸੀ ਗਊਮੂਤਰ ਨਾਲ, ਤਾਂ ਉਹਦੇ ਤੇ ਡਾਕਟਰਾਂ ਨੇ ਕਿਹਾ ਮੈਂ ਤੁਹਾਨੂੰ ਉਹੀ ਕਹਿ ਰਿਹਾ, ਤੁਸੀਂ ਜਨਰਲਾਈਜ਼ ਨਹੀਂ ਕਰ ਸਕਦੇ। ਦੇਖੋ ਸਾਡੀ ਇੱਕ ਐਂਸ਼ੀਐਂਟ ਵਿਜ਼ਡਮ ਹੈ ਯਾਦਵਿੰਦਰ ਜੀ, ਸਾਡੀ ਐਂਸ਼ੀਐਂਟ ਸੀ, ਲੋਕ ਸਾਡਾ ਮਜ਼ਾਕ ਉਡਾਉਂਦੇ ਸੀ, ਲੋਕ ਕਹਿੰਦੇ ਸੀ ਯਾਰ ਇਹ ਪੱਥਰਾਂ ਨੂੰ ਪੂਜਣ ਵਾਲੇ ਆ, ਇਹ ਪੇੜਾਂ ਦੀ ਪੂਜਾ ਕਰੀ ਜਾਂਦੇ ਆ, ਨਦੀਆਂ ਦਰਿਆਵਾਂ ਨੂੰ ਪੂਜੀ ਜਾਂਦੇ ਆ, ਇਹ ਧਰਤੀ ਨੂੰ ਮਾਤਾ ਮੰਨੀ ਜਾਂਦੇ ਆ। ਅੱਜ ਉਹੀ ਲੋਕ ਅਰਥ ਡੇ ਮਨਾ ਰਹੇ ਨੇ, ਅੱਜ ਉਹੀ ਲੋਕ ਪੋਲਿਊਸ਼ਨ ਦੀ ਚਿੰਤਾ ਕਰ ਰਹੇ ਨੇ, ਅੱਜ ਉਹੀ ਲੋਕ ਕਹਿ ਰਹੇ ਨੇ ਰਿਵਰਸ ਦੀ ਰਿਸਪੈਕਟ ਕਰੋ। ਸੋ ਸਾਡੀ ਜਿਹੜੀ ਇਹ ਜਿਹੜੇ ਲੋਕ ਅੱਜ ਤੋਂ 15-20 ਸਾਲ ਪਹਿਲਾਂ ਯੋਗਾ ਦਾ ਮਜ਼ਾਕ ਉਡਾਉਂਦੇ ਸੀ, ਉਹ ਜਾ ਯਾਰ ਜਿਮ ਕੇ ਜੰਨਾ ਤੂੰ ਆਪਣਾ ਯੋਗ ਕਰ, ਅੱਜ ਪੂਰੀ ਦੁਨੀਆ ਇੰਟਰਨੈਸ਼ਨਲ ਯੋਗਾ ਡੇ ਮਨਾ ਰਹੀ ਹੈ ਅਫੀਸ਼ੀਅਲ। ਹੁਣ ਤੁਸੀਂ ਉਸ ਐਂਸ਼ੀਐਂਟ ਵਿਜ਼ਡਮ ਤੇ ਸਵਾਲ ਲਾਓ, ਠੀਕ ਹੈ, ਤੁਹਾਨੂੰ ਨਹੀਂ ਵਿਸ਼ਵਾਸ ਕਰਨਾ ਨਾ ਕਰੋ। ਗਾਏ ਹੈ ਫੋਰ ਐਗਜ਼ਾਮਪਲ, ਨੂੰ ਮਾਂ ਮੰਨਦੇ ਆ, ਕਿਉਂ ਮੰਨਦੇ ਆ ਬਈ? ਹਜ਼ਾਰਾਂ ਸਾਲ ਸਾਡੀ ਦੇਸ਼ ਖੇਤੀ ਤੇ ਨਿਰਭਰ ਰਿਹਾ, ਪਰ ਸਾਡੀ ਖੇਤੀ ਦਾ ਹਿੰਦੂ ਕੌਣ ਸੀ? ਅਸੀਂ ਦੇ ਬਲਦ ਨਾਲ ਖੇਤੀ ਕਰਦੇ ਸੀ, ਗਊ ਦੇ ਮੂਤਰ ਨਾਲ ਅਸੀਂ ਪੈਸਟੀਸਾਈਡ ਬਣਾਉਂਦੇ ਸੀ, ਗਊ ਦੇ ਗੋਬਰ ਨਾਲ ਅਸੀਂ ਕੱਚੇ ਘਰਾਂ ਨੂੰ ਲਿਪਦੇ ਸੀ। ਸਾਡੇ ਤੇ ਜੀਵਨ ਦਾ ਆਧਾਰ ਕਾਇਮ ਮਾਤਾ ਸੀ, ਸਾਡੇ ਬੱਚਿਆਂ ਨੂੰ ਦੁੱਧ ਪਿਲਾ ਕੇ ਵੱਡਾ ਕਰਦੀ ਸੀ, ਸਾਡੀ ਖੇਤੀ ਕਰਦੀ ਸੀ। ਇਸ ਕਰਕੇ ਅਸੀਂ ਨੂੰ ਮਾਂ ਮੰਨਿਆ, ਇਹ ਸਾਡੀ ਕ੍ਰਿਤਿਕਤਾ, ਇਹ ਸਾਡੀ ਜਿਹਨੂੰ ਕਹਿ ਲਓ ਕਿ ਸਾਡੀ ਵੈਲਿਊ ਹੈ, ਜਿਹੜੀ ਚੀਜ਼ ਸਾਨੂੰ ਕੁਝ ਦਿੰਦੀ, ਮਾਂ ਮੰਨਦੇ ਆ ਅਸੀਂ, ਧਰਤੀ ਨੂੰ ਮਾਂ ਮੰਨਦੇ ਆ। ਸਾਡੇ ਗੁਰੂ ਸਾਹਿਬ ਨੇ ਕਿਹਾ ਮਾਤਾ ਧਰਤੀ। ਸੋ ਇਹ ਹੁਣ ਤੁਸੀਂ ਉਸ ਐਂਸ਼ੀਐਂਟ ਵਿਜ਼ਡਮ ਨੂੰ ਨਾ ਮੰਨੋ। ਧਾਰਮਿਕ ਤੌਰ ਤੇ ਹਰਟ ਕਰਨ ਦਾ ਜਿਹੜਾ ਮਸਲਾ, ਉਹ ਵੀਰ ਸਿੰਘ ਇਹ ਕਹਿ ਰਹੇ ਨੇ ਕਿ ਮੈਂ ਨਹੀਂ ਕੀਤਾ। ਕੁਰੀਤੀਆਂ ਜੋ ਹੁੰਦੀਆਂ ਨੇ ਕਿਤੇ ਵੀ, ਸਿੱਖੀਜ਼ਮ ਦੀ ਗੱਲ ਵੀ ਕੀਤੀ ਹੈ ਮੈਂ, ਇਸਲਾਮ ਦੀ ਗੱਲ ਵੀ ਕੀਤੀ ਹੈ, ਤਾਂ ਸਵਾਲ ਇਹੀ ਹੈ ਕਿ ਸਾਡੀ ਸੁਸਾਇਟੀ ਸਦੀਆਂ ਤੋਂ ਚਲਦੀ ਆ ਰਹੀ ਹੈ ਆਪਸੀ ਸਹਿਯੋਗ ਦੇ ਨਾਲ, ਤੇ ਅੱਗੇ ਵੀ ਆਪਸੀ ਸਹਿਯੋਗ ਦੇ ਨਾਲ ਚੱਲਣੀ ਚਾਹੀਦੀ ਹੈ। ਇਤਰਾਜ਼ ਹੋਣਗੇ, ਵਿਚਾਰਧਾਰਕ ਮਤਭੇਦ ਰਹਿਣੇ ਵੀ ਚਾਹੀਦੇ ਨੇ ਲੋਕਤੰਤਰ ਦੇ ਅੰਦਰ, ਉਹ ਰਹਿਣੇ ਚਾਹੀਦੇ ਨੇ, ਉਸੇ ਨਾਲ ਹੀ ਚੱਲਦਾ। ਸੁਭਾਸ਼ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਇਹ ਸਨ ਸੁਭਾਸ਼ ਸ਼ਰਮਾ, ਤਾਂ ਗੱਲਬਾਤ ਹੋ ਰਹੀ ਸੀ ਰਣਜੀਤ ਬਾਵੇ ਦੇ ਗਾਣੇ ਦੇ ਮਸਲੇ ਤੇ।